श्री वाहिगुरु साहिब जी। राम गयो रावण गयो, जाको बहु परवार। कहो नानक थिर कछ नहीं, सुपने ज्यों संसार। चिंता ताकी कीजिए, जो अनहोनी होए। एह मार्ग संसार को, नानक थिर नहीं कोए। सतनाम। धन वाहिगुरु साहिब जी। बिलावल बाणी भगतां की, कबीर जियो की। एक ओंकार सतनाम करता पुरख, गुर प्रसाद। ऐसो एह संसार पेख न, रहन न को पई है रे। सोधे सोधे रेंग चलो तुम, नतर कुधक्का दिवई है रे। ऐसो एह संसार फेखना, रहन न को पई है रे। सोधे सोधे रेंग चलो तुम, नतर कुधक्का दिवई है रे। रहाऊ। बारे बूढ़े तरुणे पहिया, सब हूँ जम ले जई है रे। मानस वपरा मूसा कीनो, मीच बलैया खई है रे। तनवंता अर निर्धन मनई, ताकि कछु न कानी दे। राजा प्रजा सम कर मारे, ऐसो काल वडानी रे। हर के सेवक जो हर पाए, तिनकी कथा निरारी रे। आमह न जाहें न कबहूँ मरते, पार ब्रह्म संगारी रे। पुत्र कलत्र लक्ष्मी माया, यह तजो जी जानी रे। कहत कबीर सुनो रे संतो, मिल है सारंग पानी दे। पुत्र कलत्र लक्ष्मी माया, यह तजो जी जानी दे।
कहत कबीर सुनो रे संतो, मिल है सारंग पानी दे। ओ वाहिगुरु जी का खालसा, ओ वाहिगुरु जी की फतेह। शब्द गुरु वाणी के बोहित धन धन साहिब श्री गुरु ग्रंथ साहब महाराज जी की पावन पवित्र पाक हजूरी दे विच जुड़ बैठे सत्संगी जनों, गुरु साहब जी की अपार कृपा सदका भगतां नूं जिहड़ा गमी पैगाम प्रगट होया, उस उपदेश की विचार करन वास्ते इकट्ठे होए हाँ, ताकि जीवन की असलियत नूं समझा जा सके ਅਤੇ इस संसार ਦੇ ਨਾਲ ਜਿਹੜਾ ਅਸੀਂ ਮੋਹ ਪਾ ਕੇ ਬੈਠੇ ਹੋਏ ਹਾਂ ਔਰ ਸੰਸਾਰ ਵਿੱਚ ਜਿਹੜੀ ਅਸੀਂ ਜ਼ਿੰਦਗੀ ਲੱਭ ਰਹੇ ਹਾਂ, ਉਹ ਸਾਨੂੰ ਭਗਤ ਕਬੀਰ ਸਾਹਿਬ ਜੀ ਸਮਝਾ ਰਹੇ ਨੇ, ਸੰਸਾਰ ਵਿੱਚ ਜ਼ਿੰਦਗੀ ਨਹੀਂ, ਇੱਥੇ ਕੇਵਲ ਮੌਤ ਮਿਲਣੀ ਹੈ। ਜੇ ਤੂੰ ਅਮਰ ਹੋਣਾ ਚਾਹੁੰਦਾ ਹੈ, ਜੇ ਜ਼ਿੰਦਗੀ ਦੀ ਕਾਮਨਾ ਕਰਦਾ ਹੈ, ਤਾਂ ਫਿਰ ਅਵਨਾਸੀ ਦੇ ਨਾਲ ਜੁੜ ਜਾ, ਫਿਰ ਤੈਨੂੰ ਇੱਥੇ ਜੀਵਨ ਦੀ ਪ੍ਰਾਪਤੀ ਹੋ ਜਾਏਗੀ। ਪਰ ਤੂੰ ਸੰਸਾਰ ਦੇ ਨਾਲ ਜੁੜ ਕੇ ਸੰਸਾਰ ਦੇ ਵਿੱਚ ਜੀਵਨ ਦੀ ਲਾਲਸਾ ਰੱਖਦੇ ਹੋਏ ਸੋਚੇ ਕਿ ਸ਼ਾਇਦ ਇੱਥੋਂ ਮੈਨੂੰ ਜੀਵਨ ਦੀ ਪ੍ਰਾਪਤੀ ਹੋ ਜਾਣੀ ਹੈ, ਤਾਂ ਇੱਕ ਬਹੁਤ ਵੱਡਾ ਭੁਲੇਖਾ ਹੈ। ਸੋ ਆਓ ਅੱਜ ਦੇ ਸ਼ਬਦ ਵਿੱਚ ਜੋ ਵਿਚਾਰ ਸਾਡੇ ਸਮਕਸ਼ ਰੱਖੇ ਹਨ, ਇਹ ਪਾਵਨ ਸ਼ਬਦ ਬਿਲਾਵਲ ਰਾਗ ਦੇ ਵਿੱਚ ਬਾਣੀ ਭਗਤਾਂ ਕੀ ਦੇ ਸਿਰਲੇਖ ਹੇਠ ਕਬੀਰ ਜੀਓ ਕੀ ਇਹ ਸਿਰਲੇਖ ਹੈ ਬਾਣੀ ਦਾ। ਪਾਵਨ ਅੰਕ 855 ਦੇ ਉੱਤੇ ਇਹ ਪਾਵਨ ਸ਼ਬਦ ਦਰਜ ਹੈ। ਇਸ ਤੋਂ ਪਹਿਲਾਂ ਤਰਤੀਬ ਦੇ ਮੁਤਾਬਿਕ ਬਿਲਾਵਲ ਰਾਗ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਉਚਾਰਨ ਕੀਤੀ ਹੋਈ ਬਾਣੀ, ਜੋ ਇੱਕ ਤਰਤੀਬ ਹੈ, ਸ਼ਬਦ ਨੇ, ਅਸ਼ਟਪਦੀਆਂ ਨੇ, ਛੰਤ ਨੇ, ਉਸ ਤੋਂ ਬਾਅਦ ਵੱਡੀਆਂ ਬਾਣੀਆਂ ਨੇ, ਉਸ ਤੋਂ ਬਾਅਦ ਫਿਰ ਵਾਰਾਂ ਨੇ, ਵਾਰਾਂ ਤੋਂ ਬਾਅਦ ਤਰਤੀਬ ਦੇ ਮੁਤਾਬਿਕ ਫਿਰ ਭਗਤਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਇਹ ਪਹਿਲਾ ਸ਼ਬਦ ਹੈ ਔਰ ਕੁਦਰਤੀ ਹੈ ਜਦੋਂ ਕਿਸੇ ਨਵੇਂ ਕਨਸੈਪਟ ਦੀ ਜਾਂ ਬਾਣੀ ਕਰਤਾ ਦੇ ਜਦ ਸ਼ਬਦ ਸ਼ੁਰੂ ਹੁੰਦੇ ਹਨ ਕਿਸੇ ਵੀ ਬਾਣੀ ਉਚਾਰਨ ਕਰਤਾ ਦੇ, ਤਾਂ ਉੱਥੇ ਗੁਰੂ ਸਾਹਿਬ ਜੀ ਨੇ ਮੰਗਲਾਚਰਨ ਰੂਪ ਦੇ ਵਿੱਚ ਜਿਹੜਾ ਮੂਲ ਮੰਤਰ ਹੈ ਉਹ ਦਰਜ ਕੀਤਾ। ਇੱਥੇ ਮੂਲ ਮੰਤਰ ਦਾ ਜੋ ਰੂਪ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਕਰਕੇ ਲਿਖਿਆ ਹੋਇਆ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 4 ਰੂਪ ਮੰਗਲਾਚਰਨ ਰੂਪ ਦੇ ਵਿੱਚ ਮੂਲ ਮੰਤਰ ਦੇ ਦਰਜ ਨੇ। 33 ਵਾਰੀ ਸੰਪੂਰਨ ਮੂਲ ਮੰਤਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਤੱਕ ਆਇਆ। ਕਿਉਂਕਿ ਗੁਰਪ੍ਰਸਾਦ ਦੇ ਅੱਗੇ 2 ਡੰਡੇ ਪਏ ਨੇ, ਇੱਥੋਂ ਪਤਾ ਚੱਲਦਾ ਵੀ ਮੂਲ ਮੰਤਰ ਇੱਥੇ ਸਮਾਪਤ ਹੋ ਜਾਂਦਾ। ਫਿਰ ਜਪ ਜੋ ਬਾਣੀ ਅੱਗੇ ਸ਼ੁਰੂ ਹੁੰਦੀ ਉਹਦੇ ਦੋਨੇ ਪਾਸੇ ਹੀ 2-2 ਡੰਡੇ ਪਏ ਹੋਏ ਹਨ। ਪਾਓ ਕਿ ਆਦਿ ਸੱਚ ਜੁਗਾਦ ਸੱਚ ਮੂਲ ਮੰਤਰ ਦਾ ਹਿੱਸਾ ਨਹੀਂ ਹੈ। ਔਰ 33 ਵਾਰੀ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਲ ਮੰਤਰ ਦਰਜ ਹੈ, ਜਿਹਨੂੰ ਤਕਰੀਬਨ ਸਾਰੇ ਹੀ
विद्वान सज्जन ਜਿਹੜੇ ਜਿਹੜੇ ਫਿਰਕੇ ਨਾਲ ਵੀ ਸੰਬੰਧ ਰੱਖਦੇ ਨੇ, ਭਾਵੇਂ ਉਹ ਮਿਸ਼ਨਰੀ ਨੇ, ਟਕਸਾਲੀ ਨੇ, ਸੰਤ ਨੇ, ਇੱਕ ਪਾਸੇ ਤਾਂ ਕਹੀ ਜਾਂਦੇ ਵੀ 33 ਵਾਰੀ ਸੰਪੂਰਨ ਮੂਲ ਮੰਤਰ ਦਰਜ, ਦੂਜੇ ਪਾਸੇ ਖਿੱਚ ਦੂ ਕੇ ਆਦ ਸੱਚ ਤੇ ਜੁਗਾਦ ਸੱਚ ਵੀ ਜੋੜੀ ਜਾਂਦੇ। ਵੀ ਤੁਸੀਂ ਆਪ ਹੀ ਤਾਂ ਕਿਹਾ ਵੀ 33 ਵਾਰੀ ਸੰਪੂਰਨ ਮੂਲ ਮੰਤਰ ਦਰਜ, ਫਿਰ ਉੱਥੇ ਆਦ ਸੱਚ ਜੁਗਾਦ ਸੱਚ ਉੱਥੇ ਵੀ ਲਿਖਿਆ ਹੋਣਾ ਚਾਹੀਦਾ ਸੀ। ਮਤਲਬ ਬੜੀ ਹੈਰਾਨੀ ਹੁੰਦੀ ਹੈ, ਹਾਸੋਹੀਣੀ ਗੱਲ ਹੈ ਕਈ ਵਾਰੀ ਕਿ ਅਸੀਂ ਜਦੋਂ ਸੁਣਦੇ ਹਾਂ ਵੀ ਆਪਾਂ ਕਿਸ ਦਿਸ਼ਾ ਵਿੱਚ ਜਾ ਰਹੇ ਹਾਂ, ਸਾਡਾ ਪ੍ਰਚਾਰ ਕਿੱਦਾਂ ਦਾ ਹੋ ਗਿਆ। ਸੋ 33 ਵਾਰੀ ਸੰਪੂਰਨ ਮੂਲ ਮੰਤਰ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੱਖ ਵੱਖ ਰਾਗਾਂ ਦੇ ਸਿਰਲੇਖ ਵਿੱਚ, ਭਗਤਾਂ ਦੀ ਬਾਣੀ ਦੇ ਸਿਰਲੇਖ ਵਿੱਚ ਸੰਸਕ੍ਰਿਤ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਦਰਜ ਕੀਤਾ। ਉਸ ਤੋਂ ਬਾਅਦ ਮੂਲ ਮੰਤਰ ਦਾ ਇਹ ਦੂਜਾ ਰੂਪ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ 9 ਵਾਰੀ ਦਰਜ ਹੈ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਜਿਹੜਾ ਰੂਪ ਹੈ ਇਹ 9 ਵਾਰੀ ਦਰਜ ਹੈ। ਤੀਜਾ ਰੂਪ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਆ, ਜਿਹੜਾ ਲਗਭਗ 557 ਦੇ ਕਰੀਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਔਰ ਚੌਥਾ ਜਿਹੜਾ ਰੂਪ ਹੈ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਆਇਆ, ਉਹ 2 ਵਾਰੀ ਦਰਜ ਹੈ ਗੁਰੂ ਗ੍ਰੰਥ ਸਾਹਿਬ 'ਚ। ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਮੂਲ ਮੰਤਰ ਦੇ ਰੂਪ ਆਏ ਨੇ ਉਹ ਇਤਨੇ ਵਾਰੀ ਆਏ ਨੇ ਔਰ ਇਹਨਾਂ ਰੂਪਾਂ ਵਿੱਚ ਆਏ ਨੇ। ਇੱਥੇ ਜਿਹੜਾ ਮੰਗਲਾਚਰਨ ਦਾ ਰੂਪ ਆਇਆ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਮੈਂ ਤਾਂ ਦੱਸ ਰਿਹਾ ਤੁਹਾਨੂੰ ਕਿ ਸਾਨੂੰ ਕੋਈ ਵੀ ਭੁਲੇਖਾ ਨਾ ਰਵੇ। ਗੁਰੂ ਸਾਹਿਬ ਜੀ ਇਹੀ ਸਮਝਾਉਣਾ ਚਾਹੁੰਦੇ ਕਿ ਅਕਾਲ ਪੁਰਖ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਰਸ ਵਿਆਪਕ ਹੈ, ਉਹ ਸਦਾ ਸਤ ਹੈ, ਸਭ ਕੁਝ ਬਣਾ ਕੇ ਉਸ ਦੇ ਵਿੱਚ ਪੂਰਿਆ ਹੋਇਆ, ਸਮਾਇਆ ਹੋਇਆ ਹੈ। ਅਤੇ ਐਸੇ ਪ੍ਰਭੂ ਦੀ, ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਮਝ ਹੈ ਉਹ ਗੁਰੂ ਦੀ ਕਿਰਪਾ ਰਾਹੀਂ ਹੁੰਦੀ। ਉਹਦੇ ਵਿੱਚ ਜਦੋਂ ਸੰਪੂਰਨ ਮੂਲ ਮੰਤਰ 'ਚ ਪੜ੍ਹਾਂਗੇ ਤਾਂ ਮਹਾਰਾਜ ਨੇ ਨਿਰਭਉ ਨਿਰਵੈਰ ਅਕਾਲ ਮੂਰਤ ਜਿਹੜੇ ਰੱਬੀ ਗੁਣ ਨੇ ਉਸ ਮੂਲ ਮੰਤਰ ਵਿੱਚ ਦਰਜ ਕੀਤੇ ਨੇ। ਸੋ ਸਾਰਿਆਂ ਦਾ ਮਕਸਦ ਇੱਕੋ ਹੀ ਹੈ ਕਿ ਰੱਬ ਦੀ ਹੋਂਦ ਦਾ ਪ੍ਰਗਟਾਵਾ, ਉਸਦੇ ਗੁਣਾਂ ਦਾ ਪ੍ਰਗਟਾਵਾ ਇਸ ਮੂਲ ਮੰਤਰ ਵਿੱਚ ਕੀਤਾ ਗਿਆ। ਸੋ ਹੁਣ ਆਪਾਂ ਆਓ ਅੱਜ ਦੇ ਵਿਚਾਰ ਨਾਲ ਜੁੜਾਂਗੇ। ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਉਹ ਇਹ ਸਮਝਾਉਣਾ ਚਾਹੁੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਇਹ ਨਾਸਵੰਤ ਹੈ। ਤੂੰ ਇਸ ਕਰਕੇ ਨਾਸਵੰਤ ਸੰਸਾਰ ਦੇ ਨਾਲ ਸਾਂਝ ਨਾ ਬਣਾ ਔਰ ਇਹ ਕਿਤੇ ਨਾ ਸਮਝਣੇ ਕਿ ਮੈਂ ਸੰਸਾਰ ਤੋਂ ਅਜੇ ਥੋੜ੍ਹੀ ਜਾਣਾ। ਜਦੋਂ ਇਹ ਭੁਲੇਖਾ ਪੈਦਾ ਹੁੰਦਾ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਫਿਰ ਮਨੁੱਖ ਜਿਹੜਾ ਹੈ ਉਹ ਟੇਢੇ ਮਾਰਗ 'ਤੇ ਚੱਲਣਾ ਸ਼ੁਰੂ ਹੋ ਜਾਂਦਾ ਹੈ, ਸਿੱਧੇ ਮਾਰਗ 'ਤੇ ਨਹੀਂ ਤੁਰਦਾ। ਆਓ ਜੋ ਵਿਚਾਰ ਬਖਸ਼ੇ ਹਨ ਤੁਹਾਡੇ ਨਾਲ ਸਾਂਝੇ ਕਰ ਸਕੀਏ। ਅਸੀਸ ਬਖਸ਼ੋ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਝੁਕਾਓ ਸੀਸ, ਆਪੋ ਆਪਣੀਆਂ ਹਾਜ਼ਰੀਆਂ ਦਰਜ ਕਰਾਓ ਜੀ। ਗੁਰਮੰਤਰ ਦੀ ਸਾਂਝ ਕਰੋ ਪਿਆਰ ਨਾਲ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਜੀ ਨੇ ਪਾਵਨ ਸ਼ਬਦ ਦੇ ਕੇਂਦਰੀ ਭਾਵ ਰਾਹੀਂ ਆਖਿਆ ਹੈ, ਐਸੋ ਇਹ ਸੰਸਾਰ ਪੇਖਣਾ ਰਹਿਨ ਨ ਕੋ ਪਈਐ ਰੇ, ਸੋਧੇ ਸੋਧੇ ਰੇਂਗ ਚਲੋ ਤੁਮ ਨਤਰ ਕੁਦੱਕਾ ਦਿਵਈਐ ਰੇ। ਇੱਥੇ ਰੇ ਦਾ ਅਰਥ ਹੈ ਹੇ ਜਿੰਦ। ਬਾਰ ਬਾਰ ਰੇ ਅੱਖਰ ਆਇਆ ਔਰ ਪੂਰੇ ਸ਼ਬਦ ਵਿੱਚ ਆ ਰਿਹਾ, ਕਿਉਂਕਿ ਗੁਰਬਾਣੀ ਵਿੱਚ ਰੇ ਭਾਈ, ਰੇ ਮਨ, ਰੇ ਜਿੰਦ ਪਾਓ ਕਿ ਇੱਥੇ ਸੰਬੋਧਨ ਰੂਪ ਜਿਹੜਾ ਹੈ ਉਹ ਸਾਡੇ ਅੰਦਰਲੇ ਹਿਰਦੇ ਵਾਸਤੇ, ਸਾਡੇ ਮਨ ਵਾਸਤੇ, ਸਾਡੀ ਆਤਮਾ ਲਈ ਇਹ ਵਾਰ-ਵਾਰ ਰੇ ਅੱਖਰ ਜਿਹੜਾ ਉਹ ਵਰਤਿਆ ਗਿਆ ਹੈ। ਇੱਥੇ ਵੀ ਕਹਿ ਰਹੇ ਨੇ ਭਗਤ ਜੀ, ਹੇ ਜਿੰਦ, ਕਹਿੰਦੇ ਇਹ ਸੰਸਾਰ ਅਜਿਹਾ ਵੇਖਣ ਵਿੱਚ ਆ ਰਿਹਾ ਹੈ। ਐਸੋ ਇਹ ਸੰਸਾਰ ਪੇਖਣਾ, ਪੇਖਣਾ ਦਾ ਅਰਥ ਹੈ ਕਿ ਇਹੋ ਜਿਹਾ ਸੰਸਾਰ ਵੇਖਣ ਵਿੱਚ ਆ ਰਿਹਾ। ਜਿਹੜਾ ਸੰਸਾਰ ਹੈ ਕੀ ਵੇਖਣ 'ਚ ਆ ਰਿਹਾ? ਕਹਿੰਦਾ ਰਹਿਣ ਨਾ ਕੂ ਪਈਆ ਰੇ। ਭਗਤ ਕਬੀਰ ਸਾਹਿਬ ਕਹਿੰਦੇ ਨੇ ਇੱਥੇ ਕਿਸੇ ਵੀ ਜੀਵ ਨੇ ਸਦਾ ਥਿਰ ਨਹੀਂ ਰਹਿਣਾ, ਇੱਥੇ ਕੋਈ ਵੀ ਥਿਰ ਨਹੀਂ ਰਹੇਗਾ। ਇਹ ਵੇਖਣ 'ਚ ਆ ਰਿਹਾ। ਆਓ ਕਿ ਨਾ ਅਜ ਤੱਕ ਕੋਈ ਥਿਰ ਰਿਹਾ ਸੰਸਾਰ ਵਿੱਚ, ਨਾ ਕਿਸੇ ਨੇ ਰਹਿਣਾ ਹੈ। ਜਿਸ ਆਸਨ ਹਮ ਬੈਠੇ ਕਿਤੇ ਵੈਸ ਗਿਆ। ਜਿਸ ਥਾਂ 'ਤੇ ਅਸੀਂ ਬੈਠੇ ਹਾਂ, ਪਤਾ ਨਹੀਂ ਕਿਤਨੇ ਬੈਠ ਕੇ ਸੰਸਾਰ ਤੋਂ ਤੁਰ ਗਏ, ਰੁਖਸਤ ਹੋ ਗਏ। ਇੱਥੇ ਸਦੀਵ ਕਾਲ ਨਹੀਂ ਬਹਿਣਾ।
ਥਾਵਾਂ ਉਹੀ ਰਹਿੰਦੀਆਂ ਨੇ, ਬੰਦੇ ਚੇਂਜ ਹੁੰਦੇ ਰਹਿੰਦੇ, ਥਾਵਾਂ ਨਹੀਂ ਮਿਲਦੀਆਂ। ਉਹ ਸਮਾਂ ਆਉਣ 'ਤੇ ਤਬਦੀਲੀ ਸਾਰੀਆਂ ਚੀਜ਼ਾਂ ਦੀ ਹੈ, ਪਰ ਸਾਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਕਿਹਾ ਵੀ ਜਿਸ ਆਸਨ ਦੇ ਉੱਤੇ ਤੂੰ ਬੈਠਾ ਹੋਇਆ, ਪਤਾ ਨਹੀਂ ਕਿਤਨੇ ਇੱਥੇ ਬੈਠ ਕੇ ਸੰਸਾਰ ਤੋਂ ਤੁਰ ਗਏ ਨੇ, ਪਾਓ ਕਿ ਇੱਥੇ ਕਿਸੇ ਨੇ ਵੀ ਥਿਰ ਨਹੀਂ ਰਹਿਣਾ। ਔਰ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜਾ ਸਪਸ਼ਟ ਲਿਖਿਆ, ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇੱਥੇ ਕੋਈ ਥਿਰ ਚੀਜ਼ ਹੈ ਨਹੀਂ, ਇਹ ਸੰਸਾਰ ਸੁਪਨੇ ਦੀ ਨਿਆਈ ਹੈ। ਜਿਵੇਂ ਕਿ ਰਾਤ ਨੂੰ ਸੌਂਦੇ ਹਾਂ, ਸੁਪਨਾ ਆਉਂਦਾ ਹੈ, ਜਾਗ ਖੁੱਲ੍ਹਦੀ ਹੈ, ਅਤੇ ਜੋ ਚੀਜ਼ ਸੁਪਨੇ 'ਚ ਨਜ਼ਰ ਆਈ ਕੁਛ ਵੀ ਨਹੀਂ ਸੀ, ਅੱਖ ਖੁੱਲ੍ਹਦੇ ਸਾਰ 'ਤੇ ਸਾਰੀਆਂ ਚੀਜ਼ਾਂ ਅਲੋਪ ਹੋ ਗਈਆਂ ਜੋ ਸੁਪਨੇ ਵਿੱਚ ਅਸੀਂ ਦੇਖ ਰਹੇ ਸੀ, ਜੋ ਸੁਪਨੇ ਵਿੱਚ ਸੁੱਖ ਮਾਣ ਰਹੇ ਸਾਂ। ਇਹ ਸੰਸਾਰ ਬਿਲਕੁਲ ਇੰਨ ਬਿੰਨ ਹੈ, ਜਿਵੇਂ ਕਿ ਸੁਪਨੇ ਵਿੱਚ ਜੋ ਚੀਜ਼ਾਂ ਸਾਨੂੰ ਦਿਖਾਈ ਦੇਣੀਆਂ, ਜੋ ਸੁੱਖ ਅਸੀਂ ਸੁਪਨੇ 'ਚ ਮਾਣ ਰਹੇ ਹੁੰਦੇ ਹਾਂ, ਅੱਖ ਖੁੱਲ੍ਹਣ ਤੋਂ ਬਾਅਦ ਪਤਾ ਲੱਗਦਾ ਸਾਡੇ ਕੋਲ ਸੁੱਖ ਹੈ ਹੀ ਨਹੀਂ। ਇਸ ਤਰ੍ਹਾਂ ਸੰਸਾਰ ਦੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਇਹ ਸਾਡੀ ਖੁੱਲ੍ਹੀ ਅੱਖ ਦਾ ਸੁਪਨਾ ਹੈ। ਜਿਵੇਂ ਅੱਖ ਬੰਦ ਹੁੰਦੀ ਹੈ, ਸੁਪਨਾ ਆਉਂਦਾ, ਜਦੋਂ ਜਾਗ ਖੁੱਲ੍ਹਦੀ ਹੈ ਨੀਂਦ ਤੋਂ ਬਾਅਦ, ਤਾਂ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਜੋ ਸੁਪਨੇ ਦੇਖ ਰਹੇ ਹੁੰਦੇ ਹਾਂ। ਇਸ ਤਰ੍ਹਾਂ ਹੀ ਬਿਲਕੁਲ ਸੰਸਾਰ ਵਿੱਚ ਜੋ ਕੁਝ ਸਾਨੂੰ ਦਿਖਾਈ ਦੇ ਰਿਹਾ ਹੈ, ਇਹ ਅੱਖਾਂ ਖੁੱਲ੍ਹੀਆਂ ਨੇ, ਘਰ-ਬਾਰ, ਸੰਸਾਰ, ਸਮਾਜ, ਜੋ ਵੀ ਕੁਝ ਨਜ਼ਰ ਆ ਰਿਹਾ ਹੈ, ਪਦਾਰਥ ਨਜ਼ਰ ਆ ਰਹੇ ਨੇ, ਮਾਇਆ ਨਜ਼ਰ ਆ ਰਹੀ ਹੈ, ਰੂਪ ਰੰਗ ਨਜ਼ਰ ਆ ਰਹੇ ਨੇ, ਇਹ ਬਸ ਉਨਾ ਚਿਰ ਹੀ ਨੇ ਜਦੋਂ ਤੱਕ ਸਾਡੀ ਅੱਖ ਬੰਦ ਨਹੀਂ ਹੋ ਜਾਂਦੀ। ਜਿਸ ਵੇਲੇ ਇਹ ਅੱਖਾਂ ਬੰਦ ਹੋ ਗਈਆਂ, ਭਾਵ ਸਾਡੀ ਮੌਤ ਹੋ ਗਈ, ਉਸ ਵੇਲੇ ਇਹ ਜਿਹੜਾ ਸਾਰਾ ਕੁਝ ਜੋ ਅਸੀਂ ਦੇਖ ਰਹੇ ਸੀ ਔਰ ਜਿਨ੍ਹਾਂ ਨਾਲ ਪ੍ਰੀਤ ਪਾਈ ਸੀ, ਇਹ ਉਸ ਸੁਪਨੇ ਦੀ ਤਰ੍ਹਾਂ ਹੀ ਹੈ। ਸਾਰਾ ਕੁਝ ਇੱਕ ਖੁੱਲ੍ਹੀ ਅੱਖ ਦਾ ਸੁਪਨਾ ਹੈ, ਜੋ ਦਿਖਾਈ ਦੇ ਰਿਹਾ ਇਹ ਵੀ ਸੁਪਨੇ ਦੀ ਤਰ੍ਹਾਂ ਹੀ। ਇਹਨਾਂ ਵਿੱਚੋਂ ਕੋਈ ਵੀ ਚੀਜ਼ ਅੱਖ ਬੰਦ ਹੁੰਦੇ ਹੀ ਸਾਰ ਸਾਡੀ ਨਹੀਂ ਹੋਏਗੀ, ਨਾ ਘਰ, ਨਾ ਬੱਚੇ, ਨਾ ਇਹ ਰੂਪ ਰੰਗ ਸੰਸਾਰ ਦਾ ਸੁਪਨ ਜਿਸ ਦੇ ਵਿੱਚ ਅਸੀਂ ਮਗਨ ਹੋਏ ਹਾਂ। ਜਿਸ ਦੇ ਨਾਲ ਅੱਖਾਂ ਬੰਦ ਹੋ ਗਈਆਂ, ਇਹ ਧਨ, ਪਦਾਰਥ, ਗੱਡੀ, ਕਾਰ, ਜੋ ਵੀ ਕੁਛ ਹੈ, ਇਹ ਸਭ ਇੱਥੇ ਰਹਿ ਜਾਣਾ, ਬਸ ਸੁਪਨਾ ਹੀ ਹੈ ਇਹ ਵੀ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਸੁਪਨਾ ਹੈ, ਇਹਨੂੰ ਚੰਗੀ ਤਰ੍ਹਾਂ ਸਮਝ ਲੈ। ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਫਿਰ ਨਾਲ ਕਹਿਣ ਲੱਗੇ ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ। ਇਹ ਚਿੰਤਾ ਦਾ ਸਬਜੈਕਟ ਕੋਈ ਨਹੀਂ ਵੀ ਮੌਤ ਕੋਈ ਚਿੰਤਾ ਦੀ ਗੱਲ ਹੈ। ਜਾਂ ਆਪਾਂ ਜਦੋਂ ਇਹ ਗੱਲ ਕਰੀਏ ਤਾਂ ਕਈ ਕਹਿੰਦੇ ਨੇ ਅੱਜ ਤਾਂ ਕਥਾ ਹੀ ਤੁਸੀਂ ਮੌਤ ਦੀ ਸੁਣਾਤੀ। ਇਹ ਸਬਜੈਕਟ ਚਿੰਤਾ ਦਾ ਨਹੀਂ ਹੈ, ਇਹ ਸਬਜੈਕਟ ਚਿੰਤਨ ਦਾ ਹੈ। ਵੀ ਚਿੰਤਾ ਉਸ ਗੱਲ ਦੀ ਕਰਨਾ ਜਿਹੜੀ ਗੱਲ ਹੋਣ ਵਾਲੀ ਨਹੀਂ ਹੈ। ਇਹ ਤਾਂ ਜਦੋਂ ਤੋਂ ਸੰਸਾਰ ਬਣਿਆ, ਇਹ ਨਾਲ ਨਾਲ ਖੇਡ ਚਲਦੀ ਆ ਰਹੀ ਹੈ। ਜਨਮੰ ਤਾਂ ਮਰਨੰ, ਜਨਮ ਹੈ ਅਤੇ ਨਾਲ ਮੌਤ ਚਲਦੀ ਆ ਰਹੀ ਹੈ। ਇਹ ਚਿੰਤਾ ਦਾ ਸਬਜੈਕਟ ਨਹੀਂ। ਵੈਸੇ ਵੀ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਨੇ, ਜਿਤ ਦਿਹਾੜੈ ਤਨ ਵਰੀ ਸਾਏ ਲਏ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੂੰਹ ਵਿਖਾਲੇ ਆਏ। ਇਹ ਤਾਂ ਜਿਸ ਦਿਨ ਤੂੰ ਸੰਸਾਰ 'ਚ ਹੈ ਜੀਵ ਆਤਮਾ ਆਈ ਸੀ, ਉਸ ਦਿਨ ਇਹ ਤੂੰ ਲਿਖਾ ਕੇ ਸੰਸਾਰ 'ਚ ਆਈ ਸੀ। ਇਹ ਦਿਹਾੜਾ ਪੱਕਾ ਸੀ। ਇਸ ਕਰਕੇ ਮੌਤ ਆਪਣਾ ਆਣ ਕੇ ਮੂੰਹ ਵਿਖਾਲਦੀ ਹੈ, ਅਤੇ ਇਸ ਦੇ ਵਿੱਚ ਕੋਈ ਡਰਨ ਦੀ ਗੱਲ ਨਹੀਂ, ਕੋਈ ਘਬਰਾਉਣ ਦੀ ਗੱਲ ਨਹੀਂ, ਕਿਉਂਕਿ ਗੁਰੂ ਸਾਹਿਬ ਕਹਿੰਦੇ ਇਹ ਅਸਲ ਸੱਚਾਈ ਹੈ। ਚਿੰਤਾ ਤਾਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈਐ ਰੇ। ਇੱਕ ਉਦਾਹਰਨ ਨਹੀਂ, ਗੁਰਬਾਣੀ ਵਿੱਚ ਕਿਤਨੀਆਂ ਹੀ ਗੱਲਾਂ ਜਿਹੜੀਆਂ ਗੁਰੂ ਸਾਹਿਬ ਨੇ ਸਾਡੇ ਸਮਕਸ਼ ਰੱਖੀਆਂ। ਜੈਸੇ ਜਲਤੇ ਬੁੱਧ ਬੁੱਧਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੂ ਨਾਨਕ ਸੁਨ ਮੀਤ। ਮਰ ਕਹਿੰਦੇ ਐਡਾ ਸੰਸਾਰ ਦੀ ਰਚਨਾ, ਐਸੋ ਇਹ ਸੰਸਾਰ ਵੇਖਣਾ। ਜਦੋਂ ਮੈਂ ਬਾਣੀ ਨੂੰ ਵਿਚਾਰ ਰਿਹਾ ਸੀ, ਇਸ ਸ਼ਬਦ ਨੂੰ ਜਿਹਨ ਨਸੀਨ ਕਰ ਰਿਹਾ ਸੀ, ਵੀ ਗੁਰੂ ਸਾਹਿਬ ਜੀ ਨੇ ਇਸ ਪ੍ਰਥਾਏ ਕਿੰਨੀ ਕੁ ਉਦਾਹਰਨਾਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤੀ ਸ਼ਬਦ ਨੇ। ਜਦੋਂ ਸਤਿਗੁਰੂ ਨੇ ਇਸ ਗੱਲ ਨੂੰ ਸਾਡੇ ਸਮਕਸ਼ ਰੱਖਿਆ, ਜਿੱਥੇ ਕਿ ਗੁਰਬਾਣੀ ਵਿੱਚ ਇਹ ਵਿਚਾਰ ਹੈ, ਉੱਥੇ ਅਸੀਂ ਜਦੋਂ ਗੁਰ ਇਤਿਹਾਸ ਨੂੰ ਪੜ੍ਹਦੇ ਹਾਂ, ਜਦੋਂ ਗੁਰੂ ਨਾਨਕ ਪਾਤਸ਼ਾਹ ਇੱਕ ਨਗਰ ਵਿੱਚ ਗਏ ਅਤੇ ਭਾਈ ਮਰਦਾਨੇ ਨੂੰ ਇੱਕ ਗੱਲ ਆਖੀ ਕਿ ਭਾਈ ਮਰਦਾਨਾ, 1 ਰੁਪਏ ਦਾ ਸੱਚ ਅਤੇ 1 ਦਾ ਝੂਠ ਲੈ ਕੇ ਆ। ਭਾਈ ਮਰਦਾਨਾ ਜੀ ਪੂਰੇ ਨਗਰ ਵਿੱਚ ਜਾਂਦੇ ਹਨ ਅਤੇ ਜਿੰਨਾ ਦੁਕਾਨਦਾਰ ਸਨ ਸਾਰਿਆਂ ਨੂੰ ਜਾ ਕੇ ਮਿਲਦੇ ਨੇ, ਅਤੇ ਉਹ ਕਹਿੰਦੇ ਵੀ ਸਾਡੇ ਕੋਲ
सच ते झूठ ये वस्त नहीं है साढ़े को। पर उस नगर के अंदर वो भी बंदा रहिंदा जिसदे कोल ये विचार है। उसने लिख दिता कि मरना सच ते जिउना झूठ। वो पर्ची लैके भाई मरदाना जो गुरु नानक पातशाह कोल आउंदा है तो गुरु नानक पातशाह कहते भाई मरदाना चलीए उस पुरख नूं मिलते हैं जिसने इस गल नूं समझ लिया, जिसने इस रमज नूं समझ लिया कि मरना सच है जिउना झूठ है। गुरु नानक पातशाह बड़े खुश होए तो नगर विच आए तो उस पुरख के घर विच आके ठहरे और महाराज ने बड़ी शबाशी दी कि सज्जना बड़ी खुशी हुई कि तू इस गल नूं जानता है कि मरना सच है तो जिउना झूठ है। और गुरु नानक पातशाह ने फिर कुछ समा भाई मूला जी नूं अपने नाल भी रखा। ये गल वखरी है कि बाद दे विच जिस बंदे दे ये विचार सी कि मरना जिहड़ा वो सच है तो जिउना झूठ है। एक होर मैं बेनती करा, मनुखी मन जिहड़ा है ना वो साडे जीवन दे पद्धर नूं चेंज करता रहिंदा है। हर वेले इक्को जिहा पद्धर नहीं रहिंदा साडे मन का, इक्को जिहा पद्धर नहीं। इस करके साडी विचारां चेंज होंदियां रहिंदियां। जिवें मन की भावना चेंज हुई साडे ख्यालों जिहड़ी वो विचार भी चेंज हो जाती है। ਉਹੀ भाई मूला कि जदों गुरु नानक पातशाह दोबारा आउंदे ने फिर महाराज उन्होंने मिलना चाहते हैं भी उस सज्जन नूं मौत चेते। इस गल की खुशी है भी उसने मौत नूं कबूल कर लिया भी मौत सच है। महाराज फिर मिलना चाहते हैं पर वो पदार्थां विच दुकानदारी विच इतना गलतान हो गया कि हुण जदों गुरु नानक पातशाह ने आवाज़ मारी सज्जना भी असी तेरे बूए ते आए हाँ। आवाज़ सुनते सार कहता है अपनी घरवाली नूं जा आख दे, नहीं तो पता नहीं किन्ना चिर इन्हां दे नाल रहना पवेगा, दुकानदारी बंद करनी पएगी। बापू ने फिर खड़ लेना कि गुरु नानक पातशाह पहला 1 महीना लैके भाई मूले नूं लोकां विच जाके प्रचार किया सी भी ये पुरख है जिस पुरख ने इस गल नूं रमज नूं समझिया। तो फिर 1 महीना फिर दुकानदारी बंद करनी पैनी। पता कोई नहीं 1 महीना रखण तैन 2 महीने रखण। मूला कहता भी पता नहीं बाबा जी फिर दोबारा मुड़ के आ गए ने बूए ते। उस वेले अपनी घरवाली नूं कहा भी जा कह भी भाई मूला घर विच नहीं है। और गुरु नानक पातशाह नूं कह दिता भी घर विच नहीं है। और गुरु नानक पातशाह उसके बूए तो वापस चले जाते हैं। भाई मरदाना पुछदे महाराज भी लगता मूला घर दे विच ही है। महाराज कहते है घर दे विच पर घरवाली तो कह रहे भी तू झूठ बोल के कह तू आख भी वो घर विच नहीं। कहते हुण इसदा मन जिहड़ा ना वो माया की पकड़ विच आ गया। इनू वो गल भुल गई है कि मरना सच है। और इतिहासकारां ने यह भी लिखा मेहरबान की साखी जो असीं पढ़ते हैं या पुरातन जन्म साखियां नूं असीं पढ़ते हैं गुरु साहिबान के वेले जिहड़ियां साखियां लिखियां गईयां तो उस वेले ये गल लिखी गई भी भाई मूला जिहड़ा है वो लुक जाता है। महाराज उसनूं आवाज़ मारदे भाई मूला बाहर आ जा असीं तैनूं मिलन वास्ते आए हैं। वो माया दे विच इतना गलतान हो गया या उसके मन दे उत्ते पर्दा पै गया माया का तो वो जाके कहते पिछे लुक जाता भी किते खबरा दरवाज़ा खुलवा के किते अंदर ही ना आ जान भी चैक करन वास्ते बाबा नानक भी तू घर दे विच बैठा। वो जिहड़ा पाथिया वाला थां सी जिथे पाथियां रखियां सन अग बालन वास्ते उहदे विच जाके लुक जाता। उत्थे सप सी सप लड़दा ते भाई मूले की मौत हो जाती। जिहड़ा कदी कहंदा सी मरना सच है तो जीवना झूठ है अज भुल गया। गुरु नानक पातशाह ने यही फिर दर्शाया कि मरण ना जापै मूलिया। जदों असीं 12 तो वधिक बाणी पढ़ांगे ना उत्थे पूरा जिक्रा लिखिया होया बाणी विच भी जिहड़ा मूला सी ना वो अपनी मौत ही भुल गया। उत्थे तुसीं पूरा शब्द पढ़ के देखना वो पूरा एक दृश्य बाबे नानक ने बाणी के राहीं प्रगट किया भी मरण ना जापै मूलिया भी वो मौत भुल गई। जिहड़ा कहंदा सी मौत सच है। इस करके साडे मन का जिहड़ा अंदर दी एक गल है ना वो चेंज होंदी रहिंदी है। साडे मन की अवस्था चेंज होंदी रहिंदी है। पर गुरबाणी सानू ये दृढ़ कराना चाहती है मन नूं डाडा करके गल समझाना चाहती है कि ये गल बिल्कुल परपक गल है कि ऐसो ये संसार पेखना रहना को पईया रे। इत्थे किसी ने सदा थिर नहीं रहना। पाओ कि सारे सदीव काल ही नहीं इत्थे। फिर की करना है जदों इत्थे सदा नहीं रहना और इत्थे सदा का टिकाणा नहीं है
ਤਾਂ ਇੱਥੇ ਕਰਨਾ ਕੀ ਹੈ? ਆਖਣਗੇ ਸੂਦੇ ਸੂਦੇ ਰੇਂਗ ਚਲੋ ਤੁਮ। ਸੂਦੇ ਸੂਦੇ ਦਾ ਅਰਥ ਹੈ ਸਿੱਧੇ ਸਿੱਧੇ, ਰੇਂਗ ਦਾ ਅਰਥ ਹੈ ਰਸਤਾ, ਰਾਹ। ਕਹਿੰਦੇ ਸਿੱਧੇ ਸਿੱਧੇ ਰਸਤੇ ਤੁਰ। ਰੇਂਗ ਦਾ ਅਰਥ ਹੈ ਰੇਂਗ ਦੇ ਗੱਗੇ ਨੂੰ ਪਈ ਹੋਈ ਸਿਆਰੀ, ਇਸ ਦੇ ਅਰਥ ਨੇ ਰਸਤੇ ਉੱਤੇ। ਕਹਿੰਦੇ ਤੂੰ ਸਿੱਧੇ ਸਿੱਧੇ ਰਸਤੇ ਉੱਤੇ ਤੁਰ। ਨਹੀਂ ਤੁਰੇਗਾ ਫਿਰ ਕੀ ਹੋਏਗਾ ਮਹਾਰਾਜ? ਵੀ ਜੇ ਨਾ ਤੁਰੀਏ ਤੇ ਮਹਾਰਾਜ ਕਹਿੰਦੇ ਨਤਰ ਕੁਦਕਾ ਦਿਵਈਆ ਰੇ। ਨਤਰ ਦਾ ਅਰਥ ਨਹੀਂ ਤਾਂ ਬੁਰਾ ਧੱਕਾ ਵੱਜਣ ਦਾ ਡਰ ਹੈ। ਜੇ ਨਹੀਂ ਸਿੱਧਾ ਤੁਰੇਗਾ ਨਾ ਤੇ ਜੋ ਐਸਾ ਧੱਕਾ ਵੱਜਣ ਦੀ ਆਸ ਹੈ ਉਹ ਡਰ ਤੇਰੇ ਜੀਵਨ 'ਚ ਪੈਦਾ ਹੋ ਜਾਏਗਾ ਜਿਹੜਾ ਤੂੰ ਸੋਚ ਨਹੀਂ ਸਕਦਾ। ਇਸ ਕਰਕੇ ਉਸ ਧੱਕੇ ਤੋਂ ਡਰ, ਨਹੀਂ ਤਾਂ ਉਹ ਧੱਕਾ ਤੈਨੂੰ ਵੱਜਣ ਵਾਲਾ ਹੈ। ਕਹਿਣ ਦਾ ਅਰਥ ਇਹ ਹੈ ਕਿ ਇਸ ਭੁਲੇਖੇ ਵਿੱਚ ਕਿ ਇੱਥੇ ਸਦਾ ਬਸੇ ਰਹਿਣਾ ਤਾਂ ਕੁਰਾਏ ਪੈਣ ਦਾ ਬੜਾ ਖਤਰਾ ਹੁੰਦਾ ਹੈ। ਵੀ ਜਿੰਨੇ ਸਮਝ ਲਿਆ ਮੈਂ ਇੱਥੋਂ ਜਾਣਾ ਨਹੀਂ, ਤੇ ਉਸ ਬੰਦੇ ਦਾ ਕੁਰਾਏ ਪੈਣ ਦਾ ਖਤਰਾ ਹਰ ਵੇਲੇ ਬਣਿਆ ਰਹਿੰਦਾ, ਕਿਉਂਕਿ ਉਹਨੂੰ ਤਾਂ ਪਤਾ ਮੈਂ ਜਾਣਾ ਨਹੀਂ, ਜੋ ਮਰਜ਼ੀ ਕਰੋ, ਜਿੱਦਾਂ ਮਰਜ਼ੀ ਜੀਵਨ ਜੀਓ। ਪਰ ਜਿਸ ਨੇ ਇਸ ਗੱਲ ਨੂੰ ਸਮਝ ਲਿਆ ਉਹ ਮਨੁੱਖ ਜਿਹੜਾ ਸੁਚੇਤ ਹੋ ਜਾਂਦਾ ਹੈ। ਜੇ ਆਪਾਂ ਇਹ ਸਮਝ ਲਈਏ ਨਾ, ਆਪਾਂ ਸਿੱਧੇ ਰਸਤੇ 'ਤੇ ਨਾ ਚੱਲੀਏ, ਮੌਤ ਨੂੰ ਵਿਸਾਰ ਦਈਏ ਤੇ ਕੁਰਾਏ ਪੈ ਜਾਈਏ, ਤੇ ਇਹ ਧੱਕਾ ਲੱਗਣ ਦਾ ਖਤਰਾ ਜੀਵਨ 'ਚ ਬਣਿਆ ਰਹਿੰਦਾ। ਇਹ ਭੁਲੇਖਾ ਜੀਵਨ 'ਚ ਜੇ ਆ ਜਾਏ ਨਾ ਕਿ ਮੈਂ ਇੱਥੋਂ ਨਹੀਂ ਜਾਣਾ, ਮੈਂ ਇੱਥੇ ਸਦਾ ਬੈਠੇ ਰਹਿਣਾ ਹੈ, ਤਾਂ ਮਨੁੱਖ ਦਾ ਕੁਰਾਏ ਪੈਣ ਦਾ ਖਤਰਾ ਬਣਿਆ ਰਹਿੰਦਾ। ਇਹ ਧੱਕਾ ਲੱਗ ਸਕਦਾ ਤੈਨੂੰ, ਪਾਓ ਤੂੰ ਕੁਰਾਏ ਪੈ ਸਕਦਾ ਜੇ ਮੌਤ ਨੂੰ ਭੁੱਲ ਗਿਆ ਤਾਂ। ਇਹਦਾ ਅਰਥ ਹੈ ਮੌਤ ਚੇਤੇ ਰੱਖਣੀ ਹੈ। ਜੇ ਮੌਤ ਨੂੰ ਚੇਤੇ ਨਹੀਂ ਰੱਖਾਂਗੇ ਤਾਂ ਅਸੀਂ ਕੁਰਾਏ ਪੈ ਸਕਦੇ ਹਾਂ। ਉਹ ਰਾਹ ਜਿਹੜਾ ਸਾਡੀ ਜ਼ਿੰਦਗੀ ਵਿੱਚ ਪਰਮਾਰਥ ਤੋਂ ਤੋੜ ਕੇ ਪਦਾਰਥਾਂ ਤੱਕ ਲੈ ਜਾਏਗਾ, ਉਹ ਤੇਰੇ ਜੀਵਨ ਵਿੱਚ ਭੁਲੇਖਾ ਖੜਾ ਹੋ ਸਕਦਾ ਹੈ ਕਿ ਜਦੋਂ ਸੱਚ ਨੂੰ ਛੱਡ ਔਰ ਦੂਜੇ ਪਾਸੇ ਤੁਰ ਜਾਏਗਾ। ਵੈਸੇ ਤਾਂ ਜਦੋਂ ਸਾਨੂੰ ਮੌਤ ਭੁੱਲਦੀ ਹੈ ਨਾ, ਫਿਰ ਪਰਮਾਤਮਾ ਨਹੀਂ ਪਰਿਵਾਰ ਪਿਆਰਾ ਲੱਗਦਾ। ਮੌਤ ਭੁੱਲਦੀ ਹੈ ਨਿਰੰਕਾਰ ਨਹੀਂ ਸੰਸਾਰ ਪਿਆਰਾ ਲੱਗਦਾ ਹੈ। ਮੌਤ ਭੁੱਲਦੀ ਹੈ ਧਰਮ ਨਹੀਂ ਧਨ ਪਿਆਰਾ ਲੱਗਦਾ ਹੈ। ਇਹ ਸੱਚਾਈ ਹੈ ਜੀਵਨ ਦੀ। ਫਿਰ ਧਨ ਨਾਲ ਬੜਾ ਪਿਆਰ ਬਣ ਜਾਂਦਾ ਹੈ। ਪਰ ਇਹ ਕਹਿੰਦੇ ਨੇ ਇਹ ਧੱਕਾ ਇੱਥੋਂ ਵੱਜਣ ਦਾ ਖਤਰਾ ਹੈ ਕਿ ਭਾਓ ਤੂੰ ਸਿੱਧਾ ਸਿੱਧਾ ਰਾਹ 'ਤੇ ਤੁਰ, ਕਿਉਂਕਿ ਮਨੁੱਖ ਇੱਥੇ ਟੇਢੇ ਰਾਹ 'ਤੇ ਤੁਰਿਆ ਹੋਇਆ, ਮੌਤ ਨੂੰ ਵਿਸਾਰ ਕੇ ਦੂਜੇ ਪਾਸੇ ਚੱਲਦਾ ਹੈ। ਕਿਉਂਕਿ ਮੌਤ ਚੇਤੇ ਨਹੀਂ ਤਾਂ ਉਸ ਵੇਲੇ ਮਨੁੱਖ ਜਿਹੜਾ ਦੂਜੇ ਪਾਸੇ ਤੁਰ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਪਰਪੱਕ ਕਰ ਲੈ ਕਿ ਇੱਥੇ ਸਦਾ ਥਿਰ ਨਹੀਂ ਰਹਿਣਾ। ਹੁਣ ਬੰਦੇ ਨੂੰ ਇਸ ਗੱਲ ਦਾ ਯਕੀਨ ਨਹੀਂ, ਇਸ ਕਰਕੇ ਅਗਲੇ ਵਚਨ ਕੀਤੇ, ਕਹਿੰਦਾ ਕਿ ਬਾਰੇ ਬੂਢੇ ਤਰੁਨੇ ਭਈਆ ਸਭ ਹੂੰ ਜਮ ਲੈ ਜਈਐ ਰੇ। ਹੇ ਜਿੰਦੇ, ਬਾਲਕ ਹੋਵੇ, ਬੁੱਢਾ ਹੋਵੇ, ਚਾਹੇ ਜਵਾਨ ਹੋਵੇ, ਮੌਤ ਸਭ ਨੂੰ ਹੀ ਇੱਥੋਂ ਲੈ ਜਾਂਦੀ ਹੈ। ਸਭ ਹੂੰ ਜਮ, ਜਮ ਦਾ ਅਰਥ ਇੱਥੇ ਮੌਤ। ਮੌਤ ਸਾਰਿਆਂ ਨੂੰ ਹੀ ਇੱਥੋਂ ਲੈ ਜਾਂਦੀ ਹੈ। ਮੌਤ ਨਾ ਬਾਲਕ ਦੀ ਪਰਵਾਹ ਕਰਦੀ, ਨਾ ਜਵਾਨ ਦੀ ਪਰਵਾਹ ਕਰਦੀ, ਨਾ ਬੁੱਢੇ ਦੀ ਪਰਵਾਹ ਕਰਦੀ। ਮੌਤ ਇੱਥੋਂ ਸਭ ਨੂੰ ਲੈ ਜਾਂਦੀ ਹੈ। ਮੌਤ ਕਿਸੇ ਨੂੰ ਇੱਥੇ ਛੱਡਦੀ ਨਹੀਂ ਹੈ। ਨਾ ਮੌਤ ਤੋਂ ਕਿਸੇ ਤਰੀਕੇ ਨਾਲ ਵੀ ਬਚਿਆ ਜਾ ਸਕਦਾ। ਜਿਤਨੇ ਮਰਜ਼ੀ ਅਸੀਂ ਉਦਮ ਉਪਰਾਲੇ ਯਤਨ ਕਰ ਲਈਏ, ਗੁਰਬਾਣੀ ਕਹਿੰਦੀ ਹੈ ਕਿ ਇਹ ਅਟਲ ਸੱਚਾਈ ਹੈ ਕਿ ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਪਏ। ਜਿਨ੍ਹਾਂ ਦੀ ਚਿੱਠੀ ਆ ਗਈ ਨਾ ਅਕਾਲ ਪੁਰਖ ਦੇ ਕਰੋ, ਉਹਨਾਂ ਨੂੰ ਮਰਨਾ ਹੀ ਪੈਂਦਾ ਹੈ। ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਕੋਈ ਰੱਖ ਨਹੀਂ ਸਕਦਾ। ਬੰਦੇ ਨੂੰ ਭੁਲੇਖਾ ਹੋਵੇ ਨਾ ਵੀ ਸ਼ਾਇਦ ਮੇਰਾ ਧਨ, ਮੇਰਾ ਪਰਿਵਾਰ ਜਾਂ ਮੇਰੀ ਪਹੁੰਚ, ਇਹ ਸਾਰੀਆਂ ਚੀਜ਼ਾਂ ਮੇਰੇ ਕੋਲ ਨੇ, ਪਰ ਇੱਕ ਗੱਲ ਯਾਦ ਰੱਖਣਾ, ਮੌਤ ਦੇ ਅੱਗੇ ਕਿਸੇ ਦੀ ਪਹੁੰਚ ਨਹੀਂ। ਭਗਤ ਕਬੀਰ ਸਾਹਿਬ ਇਹ ਸਮਝਾਉਣਾ ਚਾਹੁੰਦੇ ਨੇ। ਸੰਸਾਰ ਦੇ ਵਿੱਚ ਮਨੁੱਖ ਯਤਨ ਕਰਦਾ ਹੈ ਵੀ ਕੋਈ ਫੜਨ ਵਾਸਤੇ ਆਵੇ, ਪੁਲਿਸ ਲੈਣ ਵਾਸਤੇ ਆਵੇ, ਤਾਂ ਉਹ ਕਹਿੰਦਾ ਮੇਰੇ ਕੋਲ ਬਲ ਹੈ, ਮੇਰੇ ਕੋਲ ਪਦਵੀਆਂ ਨੇ, ਮੈਂ ਮੰਤਰੀ ਹਾਂ, ਮੈਂ ਪ੍ਰਧਾਨ ਮੰਤਰੀ ਹਾਂ, ਉਹ ਬਚ ਸਕਦਾ ਹੈ। ਪਰ ਸੱਚਾਈ ਇਹ ਹੈ ਕਿ ਜਦੋਂ ਮੌਤ ਨੇ ਆਉਣਾ, ਕੋਈ ਪਦਵੀ ਬੰਦੇ ਨੂੰ ਉਸ ਮੌਤ ਤੋਂ ਨਹੀਂ ਬਚਾ ਸਕਦੀ।
इस करके कहन लगे, बारे बूढ़े तरुणे भैया सब हूँ जम लै जइए रे। मानस बपुरा मूसा कीनो मीच बलैया खइया रे। भगत जी कहन लगे, मानस का अर्थ है मनुख, बपरा का अर्थ है विचारा, तो मानो चूहा बनाया गया है। मनुख तो चूहे की न्याई है। तो कहन लगे जिसनों मौत रूप बिल्ला जिहड़ा खा जाता है। मनुख की कोई पाया थोड़ी। गुरु नानक पातशाह कहते हम आदमी हाँ एक दमी, मोहलत मोहत ना जाना। साडी कितनी को आरजा बस एक दम दी, जिहड़ा दम आ गया असी आदमी हाँ। दम ना आया साडी कोई होंद नहीं है। साडे जिंदगी अते मौत विच इतना ही फासला एक दम दा, बस एक सवास दा। साडे खाक होण च ते साडे संसार दे विच रहण च इतना ही कि फासला है, सिर्फ एक सवास दा, कुछ भी फासला नहीं। पर यह है कि महाराज कहते हम आदमी हाँ एक दमी, मोहलत मोहत ना जाना। वो समा नहीं जानते। नानक बिन में तिसै सरेबो जाके जी प्राणा। जिसके प्राण ने ना, जिसकी जिंद है, उस अकाल पुरख वाहिगुरू नूं सिमर। अकाल पुरख की बंदगी कर। और गुरबाणी विच कई उदाहरण दे के इस गल नूं प्रगट किया गया। जिवें धन गुरु तेग बहादुर महाराज कहते ने, जिवें इत्थे भगत कबीर साहब ने चूहे अते बिल्ली की उदाहरण दी। मनुख विचारा मानो चूहा बनाया गया है, तो मौत रूपी बिल्ला जिहड़ा इस चूहे नूं खा जांदा। गुरु तेग बहादुर महाराज कहते इस तरह ही कहते तेरा जिहड़ा जीवन है ना, असल विच तेरे गले विच मौत रूपी सप पिया होया। काल ब्याल जो परियो डोला मुख पसारे मीच। मुख अड्या होया, पसारे का अर्थ है अड्या होया। काल रूपी सप तेरे गले च पिया होया, उसने तेरे वाल मुख किया होया। जिवें तुसीं सप नूं वेखोगे ना, जदों अपनी कोई शिकार करदा ना, तो वह मूँह चौड़ा कर लैंदा, अड्ड लैंदा, पूरा खोल लैंदा। गुरु तेग बहादुर महाराज कहते ने, सिखा सच्चाई ये है काल ब्याल जो परियो डोलै मुख पसारे मीच। आज काल हुण तोहे ग्रस है समझ राखियो चीत। अज नहीं तो कल इस सप ने तेनू खा जाना है, ग्रस लैना है। ये गल समझ लै जीवन च, अपने चित्त विच इस गल नूं समझ नहीं, चित्त इस गल नूं वसा लई अपने जीवन च कि अज नहीं तो कल उस सप ने तेनू निगल जाना है, खा जाना है। इस करके मौत हर वेले तेरे उत्ते है। इत्थे जो उदाहरण ये दिती कि जिहड़ा मनुख विचारा चूहे दी नहीं आई है, तो जो मौत रूपी जिहड़ा बिल्ला है वो इस चूहे नूं खा जाता है। पाओ पता नहीं कदों उस बिल्ले ने तैनूं ग्रस जाना है, पाओ कदों मौत जिहड़ी है वो तैनूं अपने विच लै लैगी, अपने गलावे विच, अपनी गलवकड़ी विच। कई बार बंदे कहते ने एक ही होया। बाबा हरि जी ने गल की कि मनुख नूं एक बहुत बड़ा भुलेखा है। वो भुलेखा बाबा हरि जी इदां दसदे ने कि संसार दे विच कई बारी मनुख सोचता है कि अजे तो मैं जवान हाँ, अजे तो बच्चा। असीं कई बार ये सोच लैंदे कि मौत का संबंध शायद केवल बुढ़ापे दे नाल है, बुजुर्गी दे नाल है, जदों आपां सियाणी उम्र दे हो गए। पर धन श्री गुरु ग्रंथ साहब महाराज सानूं समझाते ने संबंध उस दे नाल नहीं है। संबंध तो तेरा असल दे विच प्राणां दे नाल है, सवासां दे नाल है। जितने सवास तैनूं मिले ने वो सवास तू भोगने ने संसार विच। और अज तक साइंस भी यतन कर रही है, दुनिया लगी हुई है भी इन्हां नूं समझ सकीए इस खेड नूं, पर किसी नूं समझ नहीं आई। सारे लोग यतन कर रहे हैं भी ये खेड की है, कारण की है। आखिर साइंस नूं एक गल माननी पई भी कोई शक्ति है जिहड़ी साडे इस शरीर नूं चला रही है, साडे जीवन नूं चला रही है। गुरबाणी उसनूं जिंद कहती है, आत्मा कहती है, परमात्मा का स्वरूप कहती है, परमात्मा की जोत कहती है। जदों आपां ये वाग पढ़ते हाँ, वैसे कुछ चीज़ां ऐसियां होंदियां
कि उस वेले वो पढ़न दियां नहीं हैं। जिमें शब्द बाबा फरीद जी ने वरते, केल करन दे हंज नूं अचिंते बाज पए। असी सारे ही केल करन वाले जीव हाँ। कोई भी उम्र का पड़ा है वो हर वेले ये है। नाले इत्थे जो भावना बाबा फरीद जी की कुछ होर सी, कुछ समझाना कुछ होर चाहते सन। समझाना ये चाहते सन किसी भी उम्र दे विच मौत आ सकती है। केल करन दे हंज नूं अचिंते बाज पए, बाज पए तिस रब दे केलां विसरियां, जो मन चित ना चेते सन सो गाली रब कियां। जो तेरे मन विच चेते विच नहीं ना मौत, वो गल्लां रब दियां हन। साढ़े कई बार चीज़ां चेते विच ही नहीं भी ऐसा हो सकता। असीं कई बार तां ही हैरान होंदे भी ये किवें हो गया। जो कोई अचनचे डैथ हो जाए, भावें कोई वो बुजुर्ग ही होवे, तो असीं एकदम कहने ये किवें हो गया, ये किदां हो गया जी। थोड़ी देर पहलां तो साडी गल होई सी। केल करन दे हंज नूं चिंते बाज पए तिस रब दे केलां विसरियां। जिहड़ी केला सी कर रहे सन, जो मन चित ना चेते सन सो गाली रब के। जो मन दे विच चित चेते विच चीज़ां नहीं साडे, क्योंकि मौत ही चेते विच नहीं, बाकी तो सब कुछ चेते च है। गुरु नानक पातशाह कहते सब कुछ चेते, तेनों खाना पीना सोना हंसना सब कुछ चेते। विसर गया है मरना, खसम विसार खुआरी की नहीं, तरक जीवन नहीं रहना। महाराज कहते सब कुछ तो तेनों याद है, एको चीज़ याद नहीं है, वह है मौत चेते नहीं। वो तेनों भुली हुई है, तेनों विसरी हुई है। इत्थे इस करके कबीर साहब समझाना चाहते ने, बालक होवे बुढ़ा होवे जवान होवे, मौत सबना नूं इक्को जही लै जाती है। इत्थों लै जाती, किसी नूं छड्डदी नहीं है। क्योंकि मनुख विचारा तो मन नूं चूहा है, तो मौत जिहड़ी है वो बिल्ले रूप विच इहनूं खा जाती है मनुख नूं। फिर कहन लगे, कहंदे धनवंता अर निर्धन मन ही, ताकि कछु न कानी रे। आखन लगे, हे जिंदे, मनुख धनवान होवे भावें होवे कंगाल, मौत नूं किसी का लिहाज नहीं है भी किसी धन का लिहाज होवे। मैं एक होर बेनती कर देवां, माफ़ कर देना, मौत ना धर्म का लिहाज करती ना धन का लिहाज करती। मौत ना गरीबी का लिहाज करती ना अमीरी का लिहाज करती। मौत ना छोटे का लिहाज करती ना बड़े का लिहाज करती। मौत ना दिन का लिहाज करती ना रात का लिहाज करती। मौत नूं कोई लिहाज नहीं है। असीं कहने ना भी संसार दे विच जिस बंदे की लोड़ सी, बच्चे छोटे ने, बड़ी असीं गल्लां करते हैं समाज दे विच रहिंदे होए, इदां नहीं होना चाहिए, असीं किवें हो गया। भगत कबीर साहब स्पष्ट कह के गल समझाना चाहते हैं कि मौत ना धनवान का लिहाज करती ना कंगाल का लिहाज करती, ना छोटे का लिहाज करती ना बड़े का लिहाज करती, ना अमीर का ना गरीब का, ना धार्मिक का ना अधार्मिक का। मैनूं माफ़ कर देना, मौत धार्मिक का भी कोई लिहाज नहीं करती। उहदे कोल धर्म करम विद्या ज्ञान है, कोई लिहाज नहीं मौत नूं। कोई बंदा भुलेखे च होवे मैं तो बड़ा धर्मी हाँ, मैं बड़ा पाठ करदा है, ये भुलेखे कढ़ लै जीवन चों। तेरे पाठ करन नाल की हुंदा है? फलाना तो पाठ नहीं करता, सानू की होण लगे ते पाठ करते बाणी पढ़ते हैं। गुरसिखा नहीं, ये मौत किसी का लिहाज नहीं करती। तू कितने पाठ करदा है, तू नेमी प्रेमी है, तू किहड़े काम करदा है, मौत ने कोई लिहाज नहीं करना। सानू भुलेखा हो सकता है भी मैं तो बड़ा धर्मी हाँ जी, मैं पाठ करदा, मैं कथा करदा, मैं कीर्तन करदा, मैं सेवा करदा। मौत ने किसी का लिहाज नहीं करना। किते बाणी पढ़ के वेखो, सतगुर कहते ने इत्थे तां मौत जिहड़े अपने आप नूं खान बड़े बड़े रुतबियां दे नाल तोल के रखते सन भी असीं तां बड़े खान हाँ, बादशाह हाँ, असीं पीर पैगंबर ओलीए साधक साधक हाँ। गुरु साहब कहते मौत किसी का लिहाज नहीं करती। और तुसीं इतिहास नूं चंगी तरह वाच लो कि मौत पौने 8 साल दे विच हरकिशन साहिब जी नूं लै जांदी है। मौत ये अटल सच्चाई है। 31 साल दे सन गुरु हरराय पिता महाराज। इतिहास नूं पढ़ के वेखो किते 48 साल गुरु अंगद देव जी महाराज की उम्र सी।
42 ਸਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸੰਸਾਰ ਤੋਂ ਚਲੇ ਗਏ। ਮੌਤ ਕਿਸੇ ਦਾ ਲਿਹਾਜ਼ ਥੋੜ੍ਹੀ ਕਰਦੀ ਹੈ। ਔਰ ਇਹੀ ਸਾਨੂੰ ਜੀਵਨ 'ਚ ਮਹਾਰਾਜ ਨੇ ਸਿਖਾਇਆ। ਅਸੀਂ ਕਈ ਵਾਰੀ ਹੈਰਾਨ ਹੁੰਦੇ ਜਦੋਂ ਇਤਿਹਾਸ ਨੂੰ ਵਾਚਦੇ ਨਾ, ਸਮਝਦੇ ਵੀ ਇਹ ਸਾਰੀ ਘਟਨਾਵਾਂ ਕਿਵੇਂ ਵਾਪਰੀਆਂ। ਵੀ ਪੌਣੇ 8 ਸਾਲ ਦੀ ਉਮਰ ਵਿੱਚ ਹਰਕ੍ਰਿਸ਼ਨ ਸਾਹਿਬ ਚਲੇ ਗਏ। 31 ਸਾਲ ਦੇ ਵਿੱਚ ਗੁਰੂ ਹਰਿਰਾਏ ਪਿਤਾ ਮਹਾਰਾਜ ਚਲੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੇ 42 ਸਾਲ ਦੀ ਉਮਰ ਵਿੱਚ ਚਲੇ ਜਾਂਦੇ ਸੰਸਾਰ ਤੋਂ। ਗੁਰੂ ਅੰਗਦ ਦੇਵ ਜੀ ਮਹਾਰਾਜ 48 ਸਾਲ ਦੀ ਉਮਰ 'ਚ ਚਲੇ ਜਾਂਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਵੇਖ ਲਓ। 1534 ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਅਤੇ 1581 ਵਿੱਚ ਜੋਤੀ ਜੋਤ ਸਮਾ ਜਾਂਦੇ ਮਹਾਰਾਜ। ਕਿੰਨਾ ਟਾਈਮ ਹੈ? 34 ਅਤੇ 81 ਕਿੰਨਾ ਟਾਈਮ ਬਣਦਾ ਹੈ। ਸੋ ਕਹਿਣ ਦਾ ਮਕਸਦ ਇਹ ਹੈ ਕਿ ਗੁਰੂ ਸਾਹਿਬਾਨਾਂ ਨੇ ਜਿੱਥੇ ਬਾਣੀ ਦੇ ਰਾਹੀਂ ਸਾਨੂੰ ਉਪਦੇਸ਼ ਦਿੱਤਾ, ਇੱਕ ਸਾਨੂੰ ਇੱਕ ਗੱਲ ਦਾ ਪ੍ਰੈਕਟੀਕਲ ਰੂਪ ਵੀ ਸਾਨੂੰ ਬਹਾਲੇ ਤੌਰ ਤੋਂ ਦਿੱਤਾ ਵੀ ਇਹ ਜਿਹੜਾ ਸੰਬੰਧ ਜਿਹੜਾ ਮੌਤ ਦਾ ਕਿਸੇ ਪਦ ਪਦਵੀ ਨਾਲ ਨਹੀਂ ਹੈ, ਕੋਈ ਗੁਰੂ ਪੀਰ ਨਾਲ ਨਹੀਂ ਹੈ, ਕੋਈ ਰੂਹਾਨੀ ਜੀਵਨ ਵਾਲੇ ਨਾਲ ਜਾਂ ਕਿਸੇ ਕੋਲ ਰੂਹਾਨੀ ਜੀਵਨ ਨਹੀਂ, ਇਸ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ। ਜੇ ਅਸੀਂ ਭੁਲੇਖਾ ਰੱਖੀਏ ਨਾ, ਵੈਸੇ ਪਾਠ ਪੂਜਾ ਧਰਮ ਕਰਮ ਕਰਦੇ ਤਾਂ ਇਹ ਇੱਕ ਬਹੁਤ ਵੱਡਾ ਡਾਊਟ ਹੋਏਗਾ ਸਾਡੇ ਜੀਵਨ 'ਚ, ਕਿਉਂਕਿ ਮੌਤ ਇੱਕ ਅਟਲ ਸੱਚਾਈ ਹੈ। ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਦੇ ਲੋਕਾਂ ਦੇ ਸਾਹਮਣੇ ਇਹ ਸਾਰੇ ਤਰਕ ਰੱਖੇ। ਜਦੋਂ ਕਿ ਕੋਈ ਲੋਕ ਚਲੇ ਜਾਂਦੇ ਸਨ ਤਾਂ ਉਹ ਬਾਹਰ ਦੀ ਕਿਰਿਆ ਕਰਦੇ ਸਨ, ਅਤੇ ਗੁਰੂ ਸਾਹਿਬ ਉਹਨਾਂ ਨੂੰ ਪੁੱਛਦੇ ਨੇ, ਪੁਰਖੋ ਇੱਕ ਗੱਲ ਦੱਸੋ, ਜਿਹੜੀ ਤੁਸੀਂ ਕਿਰਿਆ ਕੀਤੀ, ਸਰੀਰ ਨੂੰ ਸਾਂਭਣ ਦੀ ਕਿਰਿਆ ਹੋ ਸਕਦੀ ਹੈ, ਪਰ ਤੁਸੀਂ ਇਸ ਦੇ ਨਾਲ ਵੀ ਕਰਮ ਕਾਂਡ ਜੋੜ ਦਿੱਤਾ। ਇੱਕ ਦੱਜੈ ਇੱਕ ਦਬੀਐ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟਿਐ, ਇੱਕ ਫਿਰ ਹਸਨ ਪਾਏ, ਨਾਨਕ ਏਵ ਨ ਜਾਪਈ, ਕਿੱਥੇ ਜਾਏ ਸਮਾਏ। ਦੱਸੋ ਕਿੱਥੇ ਜਾ ਕੇ ਸਮਾਉਂਦੇ ਨੇ? ਹੈ ਕਿਸੇ ਕੋਲ ਕੋਈ ਜਵਾਬ? ਬਾਹਰ ਦੀ ਕਿਰਿਆ ਨਾਲ ਉਸ ਸਮਾਨ ਦਾ ਕੀ ਸੰਬੰਧ ਹੈ? ਵੀ ਆਪਾਂ ਬਾਹਰ ਦੀ ਕਈ ਵਾਰੀ ਕਿਰਿਆ ਦੇ ਉੱਤੇ ਬੜਾ ਜ਼ੋਰ ਦਿੰਦੇ ਹਾਂ, ਪਰ ਉਹਦੇ ਸਮਾਨ ਵਿੱਚ ਕੀ ਸੰਬੰਧ ਹੈ? ਉਹਦੇ ਕਰਮਾਂ ਦੇ ਅਨੁਸਾਰ ਉਹਦਾ ਸਿਸਟਮ ਹੋਣਾ ਸਾਰਾ। ਔਰ ਬਹੁਤੇ ਲੋਕ ਤਾਂ ਬਾਹਰ ਦੀ ਕਿਰਿਆ ਦੇ ਉੱਤੇ ਹੀ ਬਹੁਤ ਸਾਰਾ ਜ਼ੋਰ ਦਿੰਦੇ। ਬੜੀਆਂ ਸਾਰੀਆਂ ਚੀਜ਼ਾਂ ਅਸੀਂ ਜੁੜੀ ਹੋਈਆਂ ਦੇਖਦੇ ਹਾਂ। ਬਾਪੂ ਦੀ ਅਸਥੀਆਂ ਪਾਉਣ ਵਾਸਤੇ ਹਰਿਦੁਆਰ ਗਏ ਸੀ, ਮਾਤਾ ਕਹੀਏ ਤਾਂ ਵੀ ਉੱਥੇ ਜਾਣਾ। ਅਸੀਂ ਕਰਮ ਕਾਂਡਾਂ ਵਿੱਚ ਫਸ ਕੇ ਸਮਝਦੇ ਸ਼ਾਇਦ ਬਾਪੂ ਅਤੇ ਮਾਂ ਦੋਨੇ ਉੱਥੇ ਇਕੱਠੇ ਹੋ ਜਾਣਗੇ ਅਸਥੀਆਂ ਇੱਕ ਜਗ੍ਹਾ ਪਾਉਣ ਦੇ ਨਾਲ। ਐਸਾ ਤਾਂ ਕੁਛ ਹੈ ਹੀ ਨਹੀਂ ਹੈ। ਅਸੀਂ ਕਿਤਨੇ ਭੁਲੇਖੇ ਵਿੱਚ ਔਰ ਗੁਰਮਤਿ ਮਰਿਆਦਾ ਨੂੰ ਤੋੜ ਕੇ, ਗੁਰੂ ਸਾਹਿਬ ਜੀ ਦੇ ਸਿਧਾਂਤ ਨੂੰ ਅਸੀਂ ਤਾਰੋ ਤਾਰ ਕਰਕੇ ਜਾਰੋ ਜਾਰ ਆਪਣੇ ਜੀਵਨ ਦੇ ਵਿੱਚੋਂ ਰੋਂਦੇ ਹਾਂ, ਕੁਰਲਾਉਂਦੇ ਹਾਂ, ਦੁਖੀ ਹੁੰਦੇ ਹਾਂ। ਉਸ ਦਾ ਕਾਰਨ ਕੀ ਹੈ? ਕਿਉਂਕਿ ਅਸੀਂ ਮਰਿਆਦਾ ਨੂੰ, ਗੁਰੂ ਸਿਧਾਂਤ ਨੂੰ, ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝਿਆ ਨਹੀਂ ਹੈ। ਇਸ ਕਰਕੇ ਅਸੀਂ ਪਰੇਸ਼ਾਨ ਹਾਂ, ਕਿਉਂਕਿ ਅਸੀਂ ਸੋਚਦੇ ਹਾਂ ਵੀ ਸ਼ਾਇਦ ਜਿਹੜੀ ਕਿਰਿਆ ਜਿਸ ਤਰੀਕੇ ਨਾਲ ਲੋਕ ਕਹਿ ਰਹੇ ਨੇ ਉਹ ਠੀਕ ਹੈ। ਕੁਝ ਲੋਕ ਕਹਿਣਗੇ ਵੀ ਗੇੜਾ ਕੱਢ ਕੇ ਤਾਂ ਅੱਗ ਲਾਓ, ਕੁਝ ਕਹਿਣਗੇ ਘੜਾ ਭੰਨੋ ਜੀ, ਕੁਝ ਕਹਿਣਗੇ ਕੁਝ ਹੋਰ ਕੰਮ ਕਰੋ, ਕੁਝ ਕਹਿਣਗੇ ਘਰ 'ਚ ਜਿੱਥੇ ਬੰਦਾ ਰੱਖੇ ਉੱਥੇ ਦੀਵਾ ਜਗਾਓ ਜੀ। ਉਸ ਜੋਤ ਨਾਲ ਇਹਨਾਂ ਸਾਰੀਆਂ ਕਿਰਿਆਵਾਂ ਦਾ ਕੋਈ ਸੰਬੰਧ ਨਹੀਂ ਹੈ। ਇਹ ਟੋਟਲੀ ਕਰਮਕਾਂਡ ਵਿਅਰਥ ਦੀਆਂ ਰੀਤਾਂ ਨੇ। ਮੈਂ ਤਾਂ ਹੈਰਾਨ ਹੁੰਦਾ ਵੀ ਮੱਥਾ ਟੇਕੋ, ਜਦੋਂ ਬੰਦਾ ਪ੍ਰਾਣ ਤਿਆਗਿਆ ਫਿਰ ਸਾਰੇ ਮੱਥਾ ਟੇਕੋ ਜੀ। ਫਿਰ ਨੂੰਹਾਂ ਵੀ ਅੱਗੇ ਆ ਜਾਂਦੀਆਂ, ਪੁੱਤ ਵੀ ਅੱਗੇ ਆ ਜਾਂਦੇ। ਜਿਹੜਾ ਪੁੱਤ ਕਦੀ ਪਾਣੀ ਦਾ ਗਲਾਸ ਨਹੀਂ ਪੁੱਛਦਾ, ਜਿਹੜੀ ਨੂੰਹ ਕਦੀ ਸਤਿ ਸ਼੍ਰੀ ਅਕਾਲ ਅਤੇ ਨਮਸਕਾਰ ਜਿਉਂਦੇ ਜੀ ਨੂੰ ਨਹੀਂ ਕਰਦੇ ਸੀ, ਤਾਂ ਹੁਣ ਉਹ ਵੀ ਮੱਥਾ ਟੇਕ ਰਹੀ ਹੁੰਦੀ ਲਾਈਨ 'ਚ ਲੱਗੇ। ਜਿਉਂਦੇ ਜੀ ਪਾਣੀ ਨਹੀਂ ਪੁੱਛਿਆ, ਕਦੀ ਜਿਉਂਦੇ ਜੀ ਰੋਟੀ ਨਹੀਂ ਪੁੱਛੀ, ਕਦੀ ਸਤਿਕਾਰ ਨਾਲ ਮਿੱਠੇ ਬਚਨ ਨਹੀਂ ਬੋਲੇ। ਅਤੇ ਮਰਨ ਤੋਂ ਬਾਅਦ ਵਾਹ ਜੀ ਵਾਹ, ਤੁਸੀਂ ਵੇਖੋ ਸਭ ਤੋਂ ਪਿਆਰੀ ਨੂੰਹ ਇਹ ਹੁੰਦੀ ਹੈ। ਐਡੇ ਢੰਗ ਨਾਲ ਰੋ ਰੋ ਕੇ ਮੱਥਾ ਟੇਕੇਗੀ ਜਿਵੇਂ ਸਭ ਤੋਂ ਜ਼ਿਆਦਾ ਪਿਆਰ ਇਸਦਾ ਸੀ, ਕਿਉਂਕਿ ਉਹ ਤਾਂ ਸਿਰਫ ਰਿਸ਼ਤੇਦਾਰ ਆਏ ਨੇ, ਉਹਨਾਂ ਨੂੰ ਵਿਖਾਣਾ। ਦੇਖੋ ਅਸੀਂ ਆਪਣੀ ਸੱਸ ਨੂੰ ਕਿੰਨਾ ਪਿਆਰ ਕਰਦੇ ਸੀ, ਸਾਡੀ ਮਾਤਾ ਨਾਲ ਸਾਡਾ ਕਿੰਨਾ ਪਿਆਰ ਸੀ, ਬੱਚਿਆਂ ਨੇ ਦਿਖਾਣਾ ਨਹੀਂ ਉਹ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਰੀਤੀ ਰਿਵਾਜ ਸਾਰੇ ਸਾਡੇ ਜੀਵਨ 'ਚੋਂ ਸਾਨੂੰ ਸਮਝ ਕੇ ਪਾਸੇ ਕਰਨੇ ਚਾਹੀਦੇ। ਵੀ ਉੱਥੇ ਗੇੜਾ ਮਾਰ ਕੇ ਵੀ ਅੱਗ ਲਾਓ, ਵੀ ਆਗਿਆਕਾਰੀ ਪੁੱਤ ਜੋ ਹੋਏ ਨਾ ਆਪਾਂ, ਅਤੇ ਜਿਉਂਦੇ ਜੀ ਆਗਿਆ ਮੰਨਣੀ ਨਹੀਂ, ਮਰਨ ਤੋਂ ਬਾਅਦ ਆਗਿਆ ਮੰਨ ਲਈਏ। ਉਹਨਾਂ ਨੇ ਆ ਕੇ ਵੇਖਣਾ ਗੁਰਮਤਿ ਦੀ ਜੀ ਜਿਹੜੇ ਸਿਧਾਂਤਿਕ ਵਿਚਾਰ ਹੈ ਨਾ, ਇੱਥੇ ਮੂਏ ਹੋਏ ਜੋ ਮੁਕਤ ਦੇਊਗਾ, ਮੁਕਤ ਨਾ ਜਾਣਾ ਕੋਇਲਾ। ਮਰਨ ਤੋਂ ਬਾਅਦ ਮੁਕਤੀ ਗੁਰਮਤਿ ਵਿੱਚ ਨਹੀਂ ਹੈ। ਕਹਿਤ ਬੇਣੀ ਸੁਣੋ ਰੇ ਸੰਤੋ, ਮਰਨ ਮੁਕਤ ਕਿਨ ਪਾਈ। ਬੇਣੀ ਜੀ ਕਹਿੰਦੇ ਨੇ, ਇਹ ਸੰਜਣੋ ਸੁਣੋ, ਮਰਨ ਤੋਂ ਬਾਅਦ ਮੁਕਤੀ ਕਿਸ ਨੂੰ ਪ੍ਰਾਪਤ ਹੋਈ ਹੈ। ਅਸੀਂ ਮਰਨ ਤੋਂ ਬਾਅਦ ਗਤ ਕਰਦੇ ਹਾਂ।
बनन तो बाद मुक्ति की गत करते हैं भी यदि गत हो जाए जी बस तुसी कोई ना ऐसी अरदास कर दो माफ करना। असी सिद्धांतिक पक्षां नूं नहीं समझ रहे। इत्थे जो भगत कबीर साहब भी ये गल समझाना चाहते हैं कि बंदा कई बारी जीवन च भुलेखा कर लैंदा है कि मेरी पहुँच है, मेरे कोल धन है। एक मैं बेनती करा, डॉक्टर खरीद सकते हो पर श्वास नहीं खरीदे जा सकते, नहीं खरीद सकते। जदों मैं इतिहास पढ़ रहा सी सिकंदर बादशाह का, बड़ा रोचक इतिहास है सिकंदर बादशाह का। सिकंदर बादशाह जदों यूनान तो तुरदा है ना तो उसकी माँ जिहड़ी सी ना वो रोकदी सी, पुत्त बड़ी दुनिया जित लई ते हुण तू ना भारत ना जा। वो कहना ना ना माँ एक बारी तू मैनू आग्या दे, मैं जाना है भारत नूं जित के आवांगा, जित्या होया सिर तेरे कदमां च रखांगा, तेरी आके असीस लवांगा। माँ कहनी ना जा, नहीं नहीं माँ मैनू तू थापड़ा दे ते मैं जावां जित के आवां, जित्या सिर तेरे सिर ते शीस तेरे चरनां च आके रखांगा। माँ रोकदी रही, सिकंदर बादशाह ना रुकिया, जिद करके तुर पिया। जदों भारत नूं आके चंगी तरह लुटिया, सोने चांदी हीरे जवाहरात लुट के जहाज़ भर लए। कच्छ की खाड़ी विच जदों पहुँचया, वापस जाता होया यूनान नूं ते उत्थे जो पेन शुरू हुई है, दर्द शुरू हुई पेट दे विच। पेन इतनी बद गई, जिहड़े वैद चार जिहड़े हकीम रखे हुए सन, वैद रखे सन जिहड़े नवज दे के इलाज करते सन, उन्होंने नवज वेखी तो नवज हथ ना आवे। कहते सिकंदर बादशाह ये तेरा इलाज साडे हथ विच नहीं है। सिकंदर बादशाह बड़ा टुट गया सी, कहन लगा मैं माँ दे नाल वादा करके आया कि जित्या होया सिर तेरे कदमां च आके रखांगा, एक कृपा करो मैनू ठीक कर दो, 4 दिन तक आपां पुज जाना है, मैनू 4 दिन की जिंदगी दे दिओ। और उन्होंने एक गल कही सी भी 4 दिन की जिंदगी दे दिओ, पाओ जदों तक आपां उत्थे जाने जित सिर माँ के कदमां च रख दांगा, भावें माँ के कदमां च ही उत्थे प्राण निकल जान, पर मैनू ये 4 दिन की जिंदगी होर मिल जाए। और नाल एक गल आखी सी, अद्धा राजपाट ते अद्धा धन जो मैं लुटिया वो थानू दे दांगा। वैदा नूं कहा सी भी इस गल की तुसीं परवाह ना करो, अद्धा धन तुहाडा ते अद्धा राजपाट भी तुहाडा। उन्होंने जो किया, क्योंकि उन्होंने पैसा मोटा मिल रहा सी, अद्धा राजपाट भी बिना कमाए मिल रहा सी, कुछ किया तो है नहीं सी। उन्होंने बड़ा जतन किया, पर जदों आखिर फेल हो गए अपने जतनों विच, उन्होंने कहा सिकंदर बादशाह तेरी तो नवजी हथ नहीं लग रही, की इलाज करिए तेरा? तू कहना 4 दिन की जिंदगी, असीं तैनूं 4 श्वास नहीं दे सकते, तैनूं असीं एक श्वास नहीं दे सकते। उस वेले फिर उसने दौलत नूं हत्थ विच लैके और सारिਆਂ नूं कहा सी, अपने अहलकारां नूं, अपनियां बेगमां नूं और सारिਆਂ नूं भी जदों मेरा शरीर उत्थे पहुँचे ना यूनान, तो मेरा जिहड़ा कह मेरा जनाना कूच कूचा में फिरे, उन्हें कहा सी गली गली विच मेरा जनाजा लैके जाना, मेरे हाथ बाहर कर देना, ताकि लोगों को पता लगे भी सिकंदर वर्गा बादशाह भी खाली हथ चला गया, कुछ लैके नहीं गया। हर एक गली विच मेरा जनाजा लैके जाना, हर एक मनुख नूं मेरी असलियत, बड़ी लंबी गाथा मेरे को कविता रूप च लिखी हुई है, क्योंकि अपने को समा नहीं है। कहता कि हर एक बंदे नूं पता लग सके कि सिकंदर वर्गा बादशाह भी इत्थों खाली हथ चला गया। सिकंदर दे धन की पेश ना चली, राजपाट की पेश ना चली, कुछ भी काम ना आया, ना राजपाट कम आया। बाद च इत्थे तक कह दिता सारा राजपाट सारा धन थानू दे देंगा, बस एक बारी मैनू किसी तरीके नाल बचा लो। वो कहने नहीं, तू सारा राजपाट भी दे देवें, सारा धन भी दे देवें, पर जिंदगी तो उपर वाले दे हथ विच है, साडे हथ विच नहीं है। धनवंता और निर्धन मन ही ताकि कछु ना कानी रहे। भगत कबीर साहब कहते कोई धनवान होवे भावें होवे कंगाल, कहते ने मौत किसी का लिहाज नहीं करती, कानी वंड नहीं करती मौत, इको जी। राजा प्रजा समकर मारै ऐसो काल विडाणी रे, कहन लगे मौत राजे ते प्रजा नूं एक समान मार लैंदी है। ये मौत है ही ऐसी डाढ़ी है, ऐसी बलवान है कि ये सारियां दे उत्ते इक्को जी आउंदी है। ते इस दे सामने
ਕਿਸੇ ਦੀ ਕੋਈ ਪੇਸ ਨਹੀਂ ਚੱਲਦੀ। ਭਗਤ ਕਬੀਰ ਸਾਹਿਬ ਕਹਿੰਦੇ ਤੂੰ ਸੰਸਾਰ ਵਿੱਚੋਂ ਜੀਵਨ ਲੱਭਣਾ ਚਾਹ ਰਿਹਾ ਨਾ, ਇੱਥੋਂ ਮੌਤ ਹੀ ਮਿਲਣੀ ਹੈ। ਫਿਰ ਮਹਾਰਾਜ ਜੀਵਨ ਕਿੱਥੋਂ ਮਿਲੇਗਾ? ਅਗਲੇ ਵਚਨ ਜਿਹੜੇ ਕੀਤੇ ਉਹ ਜੀਵਨ ਦੇ ਨੇ ਕਿ ਸੰਸਾਰ ਦੇ ਵਿੱਚ ਤੂੰ ਜੀਵਨ ਲੱਭਣਾ ਚਾਹ ਰਿਹਾ, ਸੰਸਾਰ ਜੀਵਨ ਨਹੀਂ ਹੈ, ਇੱਥੋਂ ਤਾਂ ਤੈਨੂੰ ਮੌਤ ਮਿਲਣੀ ਹੈ। ਜੀਵਨ ਕਿੱਥੇ ਹੈ? ਕਹਿਣ ਲੱਗੇ, ਕਹਿੰਦੇ ਜੀਵਨ ਮਿਲੇਗਾ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ। ਜਿਹੜੇ ਹਰੀ ਦੇ ਸੇਵਕ ਨੇ, ਪਰਮਾਤਮਾ ਦੀ ਭਗਤੀ ਕਰਦੇ ਹਨ, ਪ੍ਰਭੂ ਨੂੰ ਪਿਆਰੇ ਲੱਗਦੇ ਨੇ, ਉਹਨਾਂ ਦੀ ਗੱਲ ਸਾਰੇ ਜਾਣ ਨਾਲੋਂ ਨਿਰਾਲੀ ਹੈ। ਉਹ ਅਮਰ ਹੁੰਦੇ ਆ ਜਿਹੜੇ ਭਗਤੀ ਕਰਦੇ, ਜਿਹੜੇ ਪਰਮਾਤਮਾ ਦਾ ਸਿਮਰਨ ਕਰਦੇ। ਜਿਹੜੇ ਕਿ ਸੰਸਾਰ ਦਾ ਸਿਮਰਨ ਕਰਦੇ ਉਹ ਸਾਰੇ ਮਰ ਜਾਂਦੇ ਆ, ਪਰ ਜਿਹੜੇ ਭਗਤੀ ਕਰਦੇ ਨੇ ਉਹ ਅਮਰ ਹੋ ਜਾਂਦੇ ਨੇ। ਪਾਓ ਉਹ ਸਰੀਰ ਜਾਣ ਤੋਂ ਬਾਅਦ ਵੀ, ਸਰੀਰ ਦੀ ਡੈਥ ਹੋਣ ਤੋਂ ਬਾਅਦ ਵੀ, ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਦੀ ਗੱਲ ਸੰਸਾਰ 'ਚ ਚੱਲਦੀ ਹੈ। ਭਗਤਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਨਾ, ਉਹਨਾਂ ਦੀ ਕਥਾ ਚੱਲ ਰਹੀ ਹੈ ਨਾ। ਸਰੀਰ ਕਰਕੇ ਨਹੀਂ, ਪਰ ਉਹ ਬਚਨਾ ਕਰਕੇ, ਬੋਲਣਾ ਕਰਕੇ, ਹੋਂਦ ਕਰਕੇ, ਕਰਨੀ ਕਰਕੇ, ਕਰਮ ਕਰਕੇ ਸਾਡੇ ਵਿਚਕਾਰ ਨੇ ਔਰ ਸਾਰੇ ਸੰਸਾਰ ਦੇ ਵਿਚਕਾਰ ਬੈਠੇ ਹੋਏ ਨੇ। ਜਿੱਥੇ ਵੀ ਕੋਈ ਉਹਨਾਂ ਦੇ ਕੀਤੇ ਹੋਏ ਕਰਮਾਂ ਨੂੰ ਯਾਦ ਕਰੇਗਾ, ਉਹਨਾਂ ਨੂੰ ਉੱਥੇ ਜੀਵਨ ਦਾਨ ਦੀ ਪ੍ਰਾਪਤੀ ਹੋਏਗੀ, ਜੀਵਨ ਜਿਉਣ ਦੀ ਜੁਗਤ ਹਾਸਲ ਹੋਵੇਗੀ ਸੰਸਾਰ ਦੇ ਵਿੱਚ। ਜਿੱਥੇ ਵੀ ਕੋਈ ਯਾਦ ਕਰੇਗਾ ਉਹਨਾਂ ਨੂੰ। ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਲੀ। ਆਵੇ ਨਾ ਜਾਵੇਂ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੀ ਦੇ। ਭਗਤ ਕਬੀਰ ਸਾਹਿਬ ਕਹਿੰਦੇ ਨੇ, ਕਹਿੰਦੇ ਨਾ ਉਹ ਜੰਮਦੇ ਹਨ ਨਾ ਮਰਦੇ ਹਨ, ਕਿਉਂਕਿ ਇਹ ਜਿੰਦੇ ਉਹ ਪਰਮਾਤਮਾ ਨੂੰ ਸਦਾ ਆਪਣਾ ਸੰਗੀ ਸਾਥੀ ਸਮਝਦੇ ਨੇ, ਜਾਣਦੇ ਨੇ। ਇਸ ਕਰਕੇ ਉਹ ਕਦੀ ਨਹੀਂ ਮਰਦੇ। ਉਹ ਤਾਂ ਸਗੋਂ ਸੰਸਾਰ ਦੇ ਵਿੱਚ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸੋ ਲੈਨ ਮਿਲਾਏ। ਉਹ ਰੱਬ ਨਾਲ ਜੋੜਨ ਵਾਸਤੇ ਆਉਂਦੇ ਨੇ। ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਫਿਰ ਅਗਲੇ ਵਚਨ ਕੀਤੇ ਭਗਤ ਜੀ ਕਹਿੰਦੇ ਕਿ ਕੰਮ ਕਰ। ਪੁੱਤਰ ਕਲਤ ਲక్ష్ਮੀ ਮਾਇਆ ਇਹ ਤਜੋ ਜੀ ਜਾਨੀ ਦੇ। ਆਖਣ ਲੱਗੇ, ਹੇ ਪਿਆਰੀ ਜਿੰਦੇ ਪੁੱਤਰ ਬਹੁਟੀ ਧਨ ਪਦਾਰਥ ਇਹਨਾਂ ਦਾ ਮੋਹ ਛੱਡ ਦੇ। ਇਹਨਾਂ ਨੂੰ ਛੱਡਣ ਨੂੰ ਨਹੀਂ ਕਰ ਰਹੇ ਭਗਤ ਕਬੀਰ ਸਾਹਿਬ, ਇਹਨਾਂ ਦਾ ਮੋਹ ਛੱਡ ਦੇ, ਕਿਉਂਕਿ ਤੂੰ ਇਹਨਾਂ ਦੇ ਮੋਹ ਵਿੱਚ ਫਸਿਆ ਹੋਇਆ। ਗੁਰਬਾਣੀ ਨੇ ਬਾਰ-ਬਾਰ ਕਿਹਾ ਮੋਹ ਛੱਡ ਦੇ, ਕਿਤੇ ਪਦਾਰਥ ਛੱਡਣ ਨੂੰ ਨਹੀਂ ਕਿਹਾ। ਗੁਰੂ ਸਾਹਿਬ ਨੇ ਕਿਹਾ ਮਾਨ ਛੱਡ ਦੇ, ਕਿਉਂਕਿ ਮਾਨ ਮੁਨੀ ਮੁਨਵਰ ਗਲੇ ਮਾਨ ਸਵੈ ਕੋ ਖਾਏ। ਕਿਉਂਕਿ ਲੋਕ ਜਦੋਂ ਹੰਕਾਰ ਕਰਦੇ, ਹੰਕਾਰ ਹੀ ਤਾਂ ਕਾਰਨ ਹੈ ਪਰਮਾਤਮਾ ਦੇ ਵਿਛੋੜੇ ਦਾ। ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਕਾਰਨ ਤਾਂ ਮੈਂ ਬਣਦੀ ਹੈ ਨਾ। ਜਦੋਂ ਬੰਦੇ ਵਿੱਚ ਹੰਕਾਰ ਦਾ ਜਨਮ ਹੋ ਜਾਂਦਾ, ਜਦੋਂ ਮੈਂ ਦਾ ਜਨਮ ਹੋ ਜਾਂਦਾ, ਕਹਿੰਦਾ ਮੈਂ। ਔਰ ਹੈਰਾਨੀ ਹੁੰਦੀ, 4 ਦਿਨ ਬੰਦਾ ਸੇਵਾ ਕਰਕੇ ਮੈਂ ਦੀ ਪੰਡ ਬਣ ਲੈਂਦਾ, 4 ਦਿਨ ਸਿਮਰਨ ਕਰਕੇ ਮੈਂ ਦੀ ਪੰਡ ਬਣ ਲੈਂਦਾ। ਜਿਸ ਸਿਮਰਨ ਨੇ ਰੱਬ ਨਾਲ ਮਿਲਾਉਣਾ ਸੀ, ਰੱਬ ਤੋਂ ਹੋਰ ਜ਼ਿਆਦਾ ਵਿਥ ਪੈ ਗਈ। ਜਿਸ ਸੇਵਾ ਨੇ ਰੱਬ ਦੇ ਨੇੜੇ ਕਰਨਾ ਸੀ, ਹੋਰ ਵਿਥ ਪੈ ਗਈ, ਕਿਉਂਕਿ ਹੰਕਾਰ ਦਾ ਜਨਮ ਹੋ ਗਿਆ ਵਿਚਕਾਰ। ਇਹ ਕਾਰਨ ਬਣ ਰਿਹਾ। ਇਸ ਕਰਕੇ ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਵੀ ਰੱਬ ਦੀ ਹੋਂਦ ਤੋਂ ਦੂਰ ਨੇ, ਉਹਦੇ ਮਿਲਾਪ ਤੋਂ ਦੂਰ ਨੇ, ਤੇ ਜਿਹੜੇ ਨਹੀਂ ਕਰ ਰਹੇ ਉਹ ਵੀ ਦੂਰ ਨੇ। ਮਾਇਆ ਦਾ ਮੋਹ ਛੱਡ ਦੇ। ਹਮ ਕਵ ਕੁਲੀਨ, ਬੰਦਾ ਕਹਿੰਦਾ ਮੇਰੀ ਕੁਲ ਉੱਚੀ। ਹਮ ਪੰਡਿਤ ਜੋਗੀ ਸੰਨਿਆਸੀ, ਬੰਦਾ ਕਹਿੰਦਾ ਮੈਂ ਜੋਗੀ ਹਾਂ, ਮੈਂ ਸੰਨਿਆਸੀ ਹਾਂ, ਮੈਂ ਗੁਣੀ ਗੁਣਵਾਨ ਹਾਂ, ਮੈਂ ਤਾਂ ਦਾਤੇ ਦਾ ਅਰਥ ਹੈ ਲੋਕਾਂ ਨੂੰ ਦਾਨ ਦਿੰਦਾ ਹਾਂ, ਦਾਤਾ ਹਾਂ। ਤੇ ਇਹ ਬੁੱਧ ਬੰਦੇ ਦੀ ਨਾਸ ਨਹੀਂ ਹੁੰਦੀ। ਇਹ ਬੁੱਧ ਲੈ ਕੇ ਫਿਰਦੇ ਅਸੀਂ ਸੰਸਾਰ 'ਚ। ਜੇ ਅਸੀਂ ਹੋਣਾ ਚਾਹੁੰਦੇ ਹਾਂ ਭਗਤਾਂ ਦੇ ਵਾਂਗ, ਜਿਹੜੀ ਗੱਲ ਭਗਤ ਕਬੀਰ ਸਾਹਿਬ ਕਹਿ ਰਹੇ ਨੇ, ਫਿਰ ਤਾਂ ਇਹ ਜਿਹੜਾ ਮੋਹ ਹੈ ਨਾ ਪਦਾਰਥਾਂ ਦਾ, ਇਹ ਤੂੰ ਛੱਡ ਦੇ। ਤੇ ਕਹਿਤ ਕਬੀਰ ਸੁਣੋ ਰੇ ਸੰਤੋ। ਭਗਤ ਕਬੀਰ ਸਾਹਿਬ ਆਖ ਰਹੇ ਨੇ ਕਿ ਇਹ ਸੰਤ ਜਨੋ ਸੁਣੋ, ਮਿਲ ਹੈ ਸਾਰੰਗ ਪਾਣੀ ਦੇ। ਜਦੋਂ ਇਹਨਾਂ ਦਾ ਮੋਹ ਛੱਡ ਦੇਗਾ ਨਾ, ਤੇ ਉਹ ਅਕਾਲ ਪੁਰਖ ਵਾਹਿਗੁਰੂ ਤੈਨੂੰ ਮਿਲ ਜਾਏਗਾ। ਜਦੋਂ ਤੱਕ ਪੁੱਤਰ ਬਹੁਟੀ ਧਨ ਪਦਾਰਥਾਂ ਦਾ ਮੋਹ ਤੇਰੇ ਜੀਵਨ 'ਚ ਬਣਿਆ ਹੋਇਆ, ਅਕਾਲ ਪੁਰਖ ਵਾਹਿਗੁਰੂ ਤੈਨੂੰ ਪ੍ਰਾਪਤ ਨਹੀਂ ਹੋਣਾ। ਰੱਬ ਦੇ ਨਾਲ ਤੇਰੀ ਸਾਂਝ ਨਹੀਂ ਬਣਨੀ। ਜੇ ਤੂੰ ਇਹਨਾਂ ਨੂੰ ਛੱਡ ਦੇਵੇਂ, ਇਹਨਾਂ ਨੂੰ ਤਿਆਗ ਦੇਵੇਂ, ਤਾਂ ਅਕਾਲ ਪੁਰਖ ਵਾਹਿਗੁਰੂ ਨਾਲ ਤੇਰੀ ਸਾਂਝ ਬਣ ਜਾਏਗੀ, ਪਰਮੇਸ਼ਰ ਨਾਲ ਤੂੰ ਮਿਲ ਜਾਏਗਾ। ਇਸ ਕਰਕੇ ਸ਼ਬਦ ਵਿੱਚ
ਇਹ ਗੱਲ ਸਮਝਾਈ ਗਈ ਕਿ ਮੌਤ ਹਰੇਕ ਚੀਜ਼ ਨੂੰ, ਹਰੇਕ ਜੀਵ ਨੂੰ, ਹਰੇਕ ਸ਼ੈ ਨੂੰ ਇੱਥੋਂ ਲੈ ਜਾਂਦੀ ਹੈ। ਹਰ ਇੱਕ ਸ਼ੈ ਦੀ ਮੌਤ ਹੈ। ਜੋ ਵੀ ਤੁਸੀਂ ਦੇਖ ਰਹੇ ਹੋ ਕਾਇਨਾਤ ਵਿੱਚ ਸਭ ਮਰਨ ਵਾਲਾ ਹੈ। ਇੱਥੇ ਤਾਂ ਗੁਰਬਾਣੀ ਕਹਿੰਦੀ ਹੈ रब दिन चलै सस निस चलै तारका लख पलोए मुकाम ओही एक नानका सच बगोए। एक अकाल पुरख वाहिगुरु का मुकाम है जिहड़ा सदा स्थिर है। वाकई तो सब कुछ ही चलाएमान है। जो भी कुछ असीं देख रहे हैं ना वो सब कुछ चलाएमान है। तारे भी चल रहे हैं, दिन सूरज चंद्रमा सब कुछ चलाएमान है। कोई स्थिर रहने वाला नहीं है। पर एक मुकाम खुदा रब है, अकाल पुरख है जिहड़ा अविनाशी सदा रहने वाला। इस करके मौत हरेक जीव नूं इत्थों लै जांदी है। सदा किसी ने भी इत्थे बैठे नहीं रहना, ये भुलेखा होवे। जीवन दे ठीक राह उत्ते तुरो, प्रभु दा सिमरन करो, मौत दा डर अपने आप मुक जाएगा। फिर मौत की तुहानूं परवाह करन दी लोड़ नहीं। फिर तां संसार दे विच जदों तुसीं सुरखरू हो जावोगे, जदों अपनी तैयारी कर लवोगे, ਤੁਹਾਡੀ ਪੇਪਰਾਂ ਦੀ ਤਿਆਰੀ ਹੋ ਗਈ, ਪੇਪਰਾਂ ਦਾ ਤੁਹਾਨੂੰ ਕੋਈ ਡਰ ਨਹੀਂ। ਡਰ ਕਿਹਨੂੰ ਹੈ ਜਿਹਦੀ ਤਿਆਰੀ ਨਹੀਂ ਹੈ। ਮੌਤ ਦਾ ਕਿਹਨੂੰ ਡਰ ਹੈ ਜਿਹਦੀ ਤਿਆਰੀ ਨਹੀਂ ਹੈ। ਜਿਸਨੇ ਤਿਆਰੀ ਕਰ ਲਈ ਹੈ ਉਹਨੂੰ ਕੋਈ ਡਰ ਨਹੀਂ। ਆਪਾਂ ਤਾਂ ਕੰਮ ਕੰਪਲੀਟ ਕਰ ਚੁੱਕੇ ਹਾਂ। ਹੋਮਵਰਕ ਬੱਚਾ ਕਰ ਲਿਆ, ਹੋਮਵਰਕ ਦਿੱਤਾ ਸੀ, ਉਹਨੂੰ ਸਕੂਲ ਦਾ ਕੋਈ ਡਰ ਨਹੀਂ। ਕੋਈ ਬੰਦਾ ਕਿਤੇ ਸਰਕਾਰੀ ਮਹਿਕਮੇ 'ਚ ਕੰਮ ਕਰਦਾ, ਆਪਣਾ ਕੰਮ ਪੂਰਾ ਹੈ, ਮਹਿਕਮੇ ਦੇ ਉੱਪਰ ਦੇ ਅਫਸਰ ਦਾ ਕੋਈ ਡਰ ਨਹੀਂ। ਇਸ ਤਰ੍ਹਾਂ ਹੀ ਜਦੋਂ ਅਸੀਂ ਆਪਣੇ ਜੀਵਨ ਨੂੰ उत्तम बना लाँगे, अपने जीवन के अंदर अकाल पुरख वाहिगुरु का नाम प्रगट कर लवांगे, फिर संसार दे विच रहिंदियां मौत का कोई डर नहीं रहेगा। उसनूं इस तरह भी कह सकते हाँ कि जिसके सिर ऊपर तू स्वामी सो दुख कैसा पावै, बोल न जाने माया मद माता मरना चीत न आवै। गुरु भली करे कि ये विचार साडे जीवन का आधार बन जाए। संसार विच जीवन नहीं है, निरंकार नाल जुड़ के ही सानू जीवन प्राप्त हो सकता है। इतनियां बेनतियां प्रवान सारियां दा बहुत धन्यवाद जी। आयां नूं फतेह दी सान करो। आखो जी वाहिगुरू जी का खालसा वाहिगुरू जी की फतेह।